ਜਦੋਂ ਮੈਂ ਘੜੀ ਤੇ ਦੇਖਿਆ ਤਾਂ 7 ਵੱਜਣ ਹੀ ਵਾਲੇ ਸਨ। ਮੇਰੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਦਿਖਣ ਲੱਗੀਆਂ। 8 ਵਜੇ ਤੱਕ ਮੈਂ ਘਰ ਪਹੁੰਚਣਾ ਸੀ। ਮੇਰੀ ਪਤਨੀ ਰੇਸ਼ਮਾ ਮੇਰਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀ ਸੀ। ਸਵੇਰੇ ਆਫਿਸ ਆਉਣ ਤੋਂ ਪਹਿਲਾਂ ਮੈਂ ਉਸ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ 8 ਵਜੇ ਤੋਂ ਪਹਿਲਾਂ ਤੇਰੇ ਕੋਲ ਆ ਜਾਵਾਂਗਾ ਅਤੇ ਫਿਰ ਅਸੀਂ ਬਾਹਰ ਡਿਨਰ ਕਰਾਂਗੇ, ਲੌਂਗ ਡਰਾਈਵ ਤੇ ਜਾਵਾਂਗੇ ਅਤੇ ਵਾਪਸ ਮੁੜਦੇ ਹੋਏ ਆਈਸਕ੍ਰੀਮ ਵੀ ਖਾਵਾਂਗੇ। ਉਹ ਇਹ ਸੁਣ ਕੇ ਬਹੁਤ ਖੁਸ਼ ਹੋਈ ਸੀ। ਮੈਨੂੰ ਪਤਾ ਸੀ ਕਿ ਸ਼ਾਮ ਤੋਂ ਹੀ ਉਹ ਮੇਰਾ ਇੰਤਜ਼ਾਰ ਕਰ ਰਹੀ ਹੋਵੇਗੀ। ਜਦੋਂ ਉਸ ਦਾ ਭੋਲਾ ਜਿਹਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਆਇਆ ਤਾਂ ਮੇਰੇ ਚਿਹਰੇ ਤੇ ਇੱਕ ਮੁਸਕਾਨ ਜਿਹੀ ਆ ਗਈ ਸੀ। ਮੈਂ ਜਲਦੀ ਆਪਣੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਕਿ ਜਲਦੀ ਨਾਲ ਕੰਮ ਖਤਮ ਕਰਕੇ ਟਾਈਮ ਨਾਲ ਆਫਿਸ ਤੋਂ ਨਿਕਲ ਸਕਾਂ। ਪਰ ਕਿਸਮਤ ਮੇਰੇ ਨਾਲ ਨਹੀਂ ਸੀ। ਠੀਕ ਸ਼ਾਮ 7 ਵਜੇ ਬੌਸ ਨੇ ਆਪਣੇ ਦਫ਼ਤਰ ਦੇ ਵਿੱਚ ਬੁਲਾ ਲਿਆ। ਇਹ ਮੇਰੇ ਲਈ ਚੰਗੀ ਖਬਰ ਨਹੀਂ ਸੀ। ਮੈਨੂੰ ਪਤਾ ਸੀ ਕਿ ਬੌਸ ਦਾ ਬੁਲਾਵਾ ਐਵੇਂ ਨਹੀਂ ਆਇਆ ਸੀ, ਜ਼ਰੂਰ ਮੇਰੇ ਲਈ ਕੋਈ ਕੰਮ ਹੋਵੇਗਾ। ਫਿਰ ਵੀ ਮੈਂ ਉਹਨਾਂ ਦੇ ਕਮਰੇ ਦੇ ਵਿੱਚ ਗਿਆ। ਉਹ ਫਾਈਲਾਂ ਦੇ ਵਿੱਚ ਉਲਝੇ ਹੋਏ ਸਨ। ਉਹਨਾਂ ਨੇ ਕਿਹਾ, ਇਸ ਕੰਮ ਨੂੰ ਸਿਰਫ ਤੁਸੀਂ ਹੀ ਕਰ ਸਕਦੇ ਹੋ। ਇਹ ਇੱਕ ਬਹੁਤ ਹੀ ਜ਼ਰੂਰੀ ਫਾਈਲ ਹੈ, ਇਸ ਨੂੰ ਅੱਜ ਹੀ ਪੂਰਾ ਕਰਨਾ ਪਵੇਗਾ। ਉਹਨਾਂ ਨੇ ਮੇਰੇ ਸਾਹਮਣੇ ਇੱਕ ਫਾਈਲ ਰੱਖ ਦਿੱਤੀ ਅਤੇ ਉਸ ਫਾਈਲ ਨੂੰ ਦੇਖਦੇ ਹੀ ਮੇਰਾ ਮਨ ਉਦਾਸ ਹੋ ਗਿਆ ਸੀ, ਕਿਉਂਕਿ ਇਸ ਦੇ ਵਿੱਚ ਘੱਟੋ ਘੱਟ 2 ਘੰਟਿਆਂ ਦਾ ਕੰਮ ਸੀ। ਮੈਂ ਹਿੰਮਤ ਕਰਦੇ ਹੋਏ ਕਿਹਾ ਕਿ ਸਰ, ਮੈਂ ਇਹ ਕੰਮ ਕੱਲ੍ਹ ਕਰ ਦਿਆਂਗਾ। ਪਰ ਉਹਨਾਂ ਨੇ ਐਨਕ ਦੇ ਪਿੱਛੋਂ ਮੈਨੂੰ ਘੂਰਦੇ ਹੋਏ ਕਿਹਾ ਕਿ ਤੁਸੀਂ ਕੱਲ੍ਹ ਦਾ ਕੰਮ ਕੱਲ੍ਹ ਕਰੋਗੇ, ਇਹ ਅੱਜ ਦਾ ਕੰਮ ਹੈ ਅਤੇ ਇਸ ਨੂੰ ਅੱਜ ਹੀ ਪੂਰਾ ਕਰਨਾ ਪਵੇਗਾ। ਅਜੇ 7 ਵਜੇ ਹਨ ਅਤੇ ਆਫਿਸ 9 ਵਜੇ ਬੰਦ ਹੋਵੇਗਾ। ਤੁਸੀਂ ਇਸ ਨੂੰ ਖਤਮ ਕਰ ਸਕਦੇ ਹੋ। ਇਹ ਫਾਈਲ ਕੱਲ੍ਹ ਦੀ ਮੀਟਿੰਗ ਦੇ ਲਈ ਬਹੁਤ ਜ਼ਰੂਰੀ ਹੈ। ਨਾ ਚਾਹੁੰਦੇ ਹੋਏ ਵੀ ਮੈਂ ਫਾਈਲ ਚੱਕ ਲਈ ਅਤੇ ਆਪਣੇ ਡੈਸਕ ਤੇ ਆ ਕੇ ਬੈਠ ਗਿਆ। ਰੇਸ਼ਮਾ ਦਾ ਉਦਾਸ ਚਿਹਰਾ ਬਾਰ-ਬਾਰ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ। ਉਹ ਮੇਰਾ ਇੰਤਜ਼ਾਰ ਕਰ ਰਹੀ ਹੋਵੇਗੀ। ਮੈਂ ਉਸ ਦੀਆਂ ਅੱਖਾਂ ਦੇ ਵਿੱਚ ਉਦਾਸੀ ਨਹੀਂ ਦੇਖ ਸਕਦਾ ਸੀ ਅਤੇ ਅੱਜ ਤਾਂ ਉਹ ਮੇਰੇ ਨਾਲ ਨਾਰਾਜ਼ ਵੀ ਹੋ ਜਾਵੇਗੀ ਕਿਉਂਕਿ ਮੈਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਸੀ। ਮੈਂ ਸੋਚਿਆ ਕਿ ਮੈਂ ਉਸ ਨੂੰ ਫੋਨ ਕਰਕੇ ਦੱਸ ਦਿਆਂ ਕਿ ਮੈਂ ਲੇਟ ਆਵਾਂਗਾ। ਫਿਰ ਮੈਂ ਸੋਚਿਆ ਕਿ ਉਹ ਉਦਾਸ ਹੋ ਜਾਵੇਗੀ, ਨਾਰਾਜ਼ ਹੋ ਜਾਵੇਗੀ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਆਏ ਹੰਝੂ ਮੈਨੂੰ ਹੋਰ ਵੀ ਉਦਾਸ ਕਰ ਦੇਣਗੇ। ਫਿਰ ਮੇਰਾ ਮੂਡ ਹੋਰ ਵੀ ਜ਼ਿਆਦਾ ਖਰਾਬ ਹੋ ਜਾਵੇਗਾ ਅਤੇ ਮੈਂ ਠੀਕ ਤਰ੍ਹਾਂ ਕੰਮ ਵੀ ਨਹੀਂ ਕਰ ਸਕਾਂਗਾ। ਇਸ ਕਰਕੇ ਮੈਂ ਫੋਨ ਕਰਨ ਦਾ ਵਿਚਾਰ ਛੱਡ ਦਿੱਤਾ ਅਤੇ ਆਪਣੇ ਆਪ ਨੂੰ ਕੰਮ ਦੇ ਵਿੱਚ ਬਿਜ਼ੀ ਕਰ ਲਿਆ। ਜਦੋਂ ਮੈਂ ਕੰਮ ਦੇ ਵਿੱਚ ਲੱਗ ਗਿਆ ਤਾਂ ਫਿਰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਅਤੇ ਆਖਰਕਾਰ ਜਦੋਂ ਹੁਣ ਫਾਈਲ ਪੂਰੀ ਕੀਤੀ ਤਾਂ ਮੈਂ ਸੁੱਖ ਦਾ ਸਾਹ ਲਿਆ ਸੀ। ਮੈਂ ਫੋਨ ਚੱਕਿਆ ਤੇ ਇਹ ਦੇਖ ਕੇ ਮੇਰੀ ਜਾਨ ਨਿਕਲ ਗਈ ਕਿ ਰੇਸ਼ਮਾ ਦੀਆਂ 15 ਮਿਸ ਕਾਲ ਆਈਆਂ ਹੋਈਆਂ ਸਨ। ਮੈਂ ਕੰਮ ਕਰਨ ਤੋਂ ਪਹਿਲਾਂ ਫੋਨ ਸਾਈਲੈਂਟ ਤੇ ਕਰ ਦਿੱਤਾ ਸੀ ਤਾਂ ਕਿ ਮੈਂ ਡਿਸਟਰਬ ਨਾ ਹੋਵਾਂ, ਕਿਉਂਕਿ ਮੈਨੂੰ ਪਤਾ ਸੀ ਕਿ ਰੇਸ਼ਮਾ ਫੋਨ ਕਰੇਗੀ ਅਤੇ ਮੈਂ ਕੰਮ ਤੇ ਧਿਆਨ ਨਹੀਂ ਦੇ ਸਕਾਂਗਾ। ਜਲਦੀ ਨਾਲ ਫਾਈਲ ਲੈ ਕੇ ਮੈਂ ਬੌਸ ਦੇ ਕਮਰੇ ਦੇ ਵਿੱਚ ਗਿਆ। ਟਾਈਮ ਦੇਖਿਆ ਤਾਂ 9:30 ਹੋ ਚੁੱਕੇ ਸਨ। ਪੂਰਾ ਆਫਿਸ ਖਾਲੀ ਹੋ ਚੁੱਕਿਆ ਸੀ। ਬੌਸ ਨੇ ਮੇਰਾ ਧੰਨਵਾਦ ਕੀਤਾ ਅਤੇ ਫਾਈਲ ਮੇਰੇ ਹੱਥਾਂ ਦੇ ਵਿੱਚੋਂ ਲੈ ਲਈ। ਮੈਂ ਭੱਜਦੇ ਹੋਏ ਆਫਿਸ ਦੇ ਵਿੱਚੋਂ ਬਾਹਰ ਨਿਕਲਿਆ ਸੀ ਅਤੇ ਗੱਡੀ ਚਲਾਉਂਦੇ ਸਮੇਂ ਵੀ ਮੈਂ ਰੇਸ਼ਮਾ ਦੇ ਬਾਰੇ ਹੀ ਸੋਚ ਰਿਹਾ ਸੀ। ਰੇਸ਼ਮਾ ਦੇ ਲਈ ਮੇਰਾ ਪਿਆਰ ਇਸ ਤਰ੍ਹਾਂ ਦਾ ਹੀ ਸੀ, ਪਾਗਲਪਣ ਭਰਿਆ ਅਤੇ ਬਹੁਤ ਜ਼ਿਆਦਾ। ਸਾਡੇ ਵਿਆਹ ਨੂੰ ਅਜੇ 1 ਹੀ ਮਹੀਨਾ ਹੋਇਆ ਸੀ ਅਤੇ ਨਵੇਂ-ਨਵੇਂ ਰਿਸ਼ਤੇ ਤਾਂ ਵੈਸੇ ਵੀ ਕੁਝ ਖਾਸ ਹੁੰਦੇ ਹਨ, ਪਿਆਰ ਅਤੇ ਖੁਸ਼ੀ ਨਾਲ ਭਰੇ ਹੋਏ। ਮੇਰੀ ਅਤੇ ਰੇਸ਼ਮਾ ਦੀ ਅਰੇਂਜ ਮੈਰਿਜ ਸੀ। ਵਿਆਹ ਤੋਂ ਪਹਿਲਾਂ ਮੈਂ ਬਿਲਕੁਲ ਵੀ ਤਿਆਰ ਨਹੀਂ ਸੀ, ਪਰ ਮੇਰੀ ਮਾਂ ਨੇ ਮੈਨੂੰ ਆਪਣੀ ਕਸਮ ਦੇ ਕੇ ਰਾਜੀ ਕੀਤਾ ਸੀ ਅਤੇ ਜਦੋਂ ਮੈਂ ਪਹਿਲੀ ਵਾਰ ਰੇਸ਼ਮਾ ਨੂੰ ਦੇਖਿਆ ਤਾਂ ਮੈਨੂੰ ਆਪਣੀ ਮਾਂ ਦੇ ਫੈਸਲੇ ਤੇ ਖੁਸ਼ੀ ਹੋਈ ਸੀ। ਮੈਂ ਜਿੰਨੇ ਬੁਝੇ ਹੋਏ ਮਨ ਦੇ ਨਾਲ ਕਮਰੇ ਦੇ ਵਿੱਚ ਦਾਖਲ ਹੋਇਆ ਸੀ, ਸਾਹਮਣੇ ਬੈਠੀ ਉਸ ਖੂਬਸੂਰਤ ਅਤੇ ਨਾਜ਼ੁਕ ਲੜਕੀ ਨੂੰ ਦੇਖ ਕੇ ਮੇਰਾ ਦਿਲ ਖਿੜ ਗਿਆ ਸੀ। ਉਸ ਰਾਤ ਮੈਂ ਉਸ ਨੂੰ ਮੂੰਹ ਦਿਖਾਈ ਵੀ ਦਿੱਤੀ ਸੀ ਅਤੇ ਉਸ ਨੂੰ ਉਸਦੇ ਹੱਕ ਦਾ ਪਿਆਰ ਵੀ ਦਿੱਤਾ ਸੀ। ਜਦੋਂ ਮੈਂ ਰੇਸ਼ਮਾ ਨੂੰ ਆਪਣੀਆਂ ਬਾਹਾਂ ਦੇ ਵਿੱਚ ਲਿਆ ਸੀ ਤਾਂ ਮੇਰੇ ਦਿਲ ਦਾ ਖਾਲੀਪਣ ਭਰ ਚੁੱਕਿਆ ਸੀ। ਉਸ ਸਮੇਂ ਹੀ ਰੇਸ਼ਮਾ ਮੇਰੇ ਲਈ ਬਹੁਤ ਖਾਸ ਹੋ ਚੁੱਕੀ ਸੀ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਹੁਣ ਮੈਂ ਸਿਰਫ ਤੇ ਸਿਰਫ ਰੇਸ਼ਮਾ ਦੇ ਨਾਮ ਤੇ ਜਿਵਾਂਗਾ। ਪਹਿਲਾਂ ਮੈਂ ਵਿਆਹ ਦੇ ਲਈ ਕਦੇ ਵੀ ਤਿਆਰ ਨਹੀਂ ਸੀ ਕਿਉਂਕਿ ਮੇਰਾ ਦਿਲ ਕਿਸੇ ਹੋਰ ਦੇ ਲਈ ਧੜਕਦਾ ਸੀ। ਲੜਕੀ ਮੇਰੇ ਕਾਲਜ ਦੇ ਵਿੱਚ ਪੜ੍ਹਦੀ ਸੀ ਅਤੇ ਮੈਂ ਉਸ ਨੂੰ ਪੂਰੇ ਦਿਲੋਂ ਚਾਹਿਆ ਸੀ। ਬਾਅਦ ਦੇ ਵਿੱਚ ਜਦੋਂ ਮੈਂ ਨੌਕਰੀ ਕਰਨ ਲੱਗਿਆ ਤਾਂ ਉਹ ਇੱਕ ਸਕੂਲ ਦੇ ਵਿੱਚ ਟੀਚਰ ਬਣ ਗਈ ਸੀ। ਜਦੋਂ ਮੈਂ ਉਸਦੇ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਸਨੇ ਆਪਣੇ ਵੱਡੇ ਸੁਪਨੇ ਦਿਖਾ ਕੇ ਮੈਨੂੰ ਠੁਕਰਾ ਦਿੱਤਾ, ਇਹ ਕਹਿੰਦੇ ਹੋਏ ਕਿ ਉਹ ਮੇਰੇ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ। ਮੈਂ ਉਸਦੇ ਸੁਪਨੇ ਪੂਰੇ ਨਹੀਂ ਕਰ ਸਕਦਾ। ਉਸਨੇ ਕਿਹਾ ਸੀ ਕਿ ਤੁਹਾਡੇ ਕੋਲ ਹੈ ਹੀ ਕੀ, ਇੱਕ ਛੋਟੀ ਜਿਹੀ ਨੌਕਰੀ, ਇੱਕ ਕਿਰਾਏ ਦਾ ਮਕਾਨ ਅਤੇ ਛੋਟੀ ਜਿਹੀ ਤਨਖਾਹ। ਉਸਨੇ ਮੇਰੇ ਦਿਲ ਨੂੰ ਤੋੜ ਦਿੱਤਾ ਸੀ।
ਅਤੇ ਉਸ ਤੋਂ ਬਾਅਦ ਮਾਂ ਦਾ ਵਿਆਹ ਦੇ ਲਈ ਜ਼ੋਰ ਦੇਣਾ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਅਤੇ ਜਦੋਂ ਮੈਂ ਰੇਸ਼ਮਾ ਨੂੰ ਦੇਖਿਆ ਸੀ ਤਾਂ ਮੈਨੂੰ ਇੱਕ ਨਵੀਂ ਉਮੀਦ ਮਿਲੀ ਸੀ। ਉਸ ਦੀ ਮਾਸੂਮੀਅਤ ਅਤੇ ਖੂਬਸੂਰਤੀ ਨੇ ਮੈਨੂੰ ਪਹਿਲੀ ਹੀ ਨਿਗਾਹ ਦੇ ਵਿੱਚ ਮੋਹ ਲਿਆ ਸੀ। ਇਸੇ 1 ਮਹੀਨੇ ਦੇ ਵਿੱਚ ਰੇਸ਼ਮਾ ਮੇਰੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਜ਼ਰੂਰੀ ਹਿੱਸਾ ਬਣ ਗਈ ਸੀ ਅਤੇ ਮੈਂ ਵੀ ਉਸਦੇ ਲਈ ਪਾਗਲ ਸੀ ਜਿਵੇਂ ਉਹ ਮੇਰੇ ਲਈ ਪਾਗਲ ਸੀ। ਸਾਡੇ ਵਿਆਹ ਦੇ 15 ਦਿਨਾਂ ਬਾਅਦ ਹੀ ਮੇਰੀ ਮਾਂ ਸਾਡੇ ਪਿੰਡ ਸਾਡੇ ਪੁਰਾਣੇ ਘਰ ਦੇ ਵਿੱਚ ਚਲੀ ਗਈ ਸੀ। ਉੱਥੇ ਸਾਡੀਆਂ ਕੁਝ ਜ਼ਮੀਨਾਂ ਸਨ ਜਿੱਥੇ ਮਾਂ ਕੁਝ ਮਜ਼ਦੂਰਾਂ ਤੋਂ ਕੰਮ ਕਰਵਾਉਂਦੀ ਸੀ। ਅਤੇ ਅੱਜ ਜਦੋਂ ਮੈਂ ਆਫਿਸ ਤੋਂ ਭੱਜਦਾ ਹੋਇਆ ਘਰ ਪਹੁੰਚਾ ਤਾਂ ਮੇਰੇ ਦਿਲ ਦੇ ਵਿੱਚ ਬਸ ਇਹੀ ਖਿਆਲ ਸੀ ਕਿ ਰੇਸ਼ਮਾ ਦੇ ਗੁੱਸੇ ਨੂੰ ਦੂਰ ਕਰਨਾ ਹੈ ਅਤੇ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲੈਣਾ ਹੈ। ਮੇਰੇ ਕੋਲ ਘਰ ਦੀ ਇੱਕ ਡੁਪਲੀਕੇਟ ਚਾਬੀ ਸੀ। ਮੈਂ ਸੋਚਿਆ ਸੀ ਕਿ ਮੈਂ ਬਿਨਾਂ ਦੱਸੇ ਉਸ ਨੂੰ ਪਿੱਛੇ ਤੋਂ ਜਾ ਕੇ ਸਰਪ੍ਰਾਈਜ਼ ਦੇਵਾਂਗਾ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਅਤੇ ਹੌਲੀ-ਹੌਲੀ ਆਪਣੇ ਕਮਰੇ ਦੇ ਵੱਲ ਵਧਿਆ, ਜਦੋਂ ਮੈਂ ਕਮਰੇ ਦੇ ਦਰਵਾਜ਼ੇ ਨੂੰ ਹੌਲੀ ਜਿਹੀ ਖੋਲ੍ਹਿਆ ਤਾਂ ਉਹ ਅੰਦਰੋਂ ਬੰਦ ਸੀ। ਮੈਨੂੰ ਲੱਗਿਆ ਕਿ ਰੇਸ਼ਮਾ ਸ਼ਾਇਦ ਮੇਰੇ ਨਾਲ ਬਹੁਤ ਜ਼ਿਆਦਾ ਨਾਰਾਜ਼ ਹੈ ਅਤੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ ਹੈ। ਮੇਰੇ ਚਿਹਰੇ ਤੇ ਇੱਕ ਹਲਕੀ ਜਿਹੀ ਮੁਸਕਾਨ ਆ ਗਈ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਪਿਆਰ ਦੇ ਨਾਲ ਉਸਦੇ ਗੁੱਸੇ ਨੂੰ ਦੂਰ ਕਰ ਦਿਆਂਗਾ। ਪਰ ਮੈਨੂੰ ਕੀ ਪਤਾ ਸੀ ਕਿ ਦਰਵਾਜ਼ਾ ਖੁੱਲ੍ਹਦੇ ਹੀ ਮੇਰੀ ਦੁਨੀਆ ਉਲਟ ਜਾਣ ਵਾਲੀ ਸੀ। ਮੈਂ ਆਪਣੇ ਕੋਲ ਰੱਖੀ ਹੋਈ ਚਾਬੀ ਦੇ ਨਾਲ ਦਰਵਾਜ਼ਾ ਖੋਲ੍ਹ ਲਿਆ ਤੇ ਹੌਲੀ ਜਿਹੀ ਕਮਰੇ ਦੇ ਵਿੱਚ ਦਾਖਲ ਹੋ ਗਿਆ। ਕਮਰੇ ਦੇ ਵਿੱਚ ਹਲਕੀ ਜਿਹੀ ਰੌਸ਼ਨੀ ਸੀ ਪਰ ਬੈੱਡ ਤੇ ਜੋ ਨਜ਼ਾਰਾ ਮੈਂ ਦੇਖਿਆ ਉਹ ਮੇਰੇ ਹੋਸ਼ ਉਡਾਉਣ ਦੇ ਲਈ ਕਾਫੀ ਸੀ। ਬੈੱਡ ਤੇ ਰੇਸ਼ਮਾ ਇਕੱਲੀ ਨਹੀਂ ਸੀ। ਬੈੱਡ ਤੇ ਇੱਕ ਲੜਕਾ ਉਸ ਨੂੰ ਬਾਹਾਂ ਦੇ ਵਿੱਚ ਲੈ ਕੇ ਬੈਠਾ ਸੀ ਅਤੇ ਉਸਦੇ ਬੁੱਲ ਰੇਸ਼ਮਾ ਦੇ ਸਰੀਰ ਨੂੰ ਛੂਹ ਰਹੇ ਸਨ। ਰੇਸ਼ਮਾ ਵੀ ਉਸ ਦੀਆਂ ਬਾਹਾਂ ਦੇ ਵਿੱਚ ਬਹੁਤ ਖੁਸ਼ ਸੀ। ਉਸ ਦੀਆਂ ਅੱਖਾਂ ਦੇ ਵਿੱਚ ਉਹੀ ਪਿਆਰ ਸੀ ਜੋ ਕਦੇ ਮੈਂ ਆਪਣੇ ਲਈ ਦੇਖਿਆ ਸੀ। ਇਹ ਸਭ ਕੁਝ ਦੇਖ ਕੇ ਮੇਰੀ ਤਾਂ ਦੁਨੀਆ ਹੀ ਉੱਜੜ ਗਈ ਸੀ। ਮੇਰੇ ਪਿਆਰ ਅਤੇ ਵਿਸ਼ਵਾਸ ਨੂੰ ਇਸ ਤਰ੍ਹਾਂ ਤੋੜ ਦਿੱਤਾ ਗਿਆ ਸੀ ਕਿ ਮੈਂ ਕੁਝ ਪਲ ਦੇ ਲਈ ਉੱਥੇ ਹੀ ਬੁੱਤ ਬਣ ਕੇ ਖੜ ਗਿਆ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਉਹੀ ਰੇਸ਼ਮਾ ਹੈ ਜੋ ਮੇਰੀ ਥੋੜੀ ਜਿਹੀ ਜੁਦਾਈ ਬਰਦਾਸ਼ਤ ਨਹੀਂ ਕਰਦੀ ਸੀ। ਉਹ ਜੋ ਮੈਨੂੰ ਦਿਨ ਦੇ ਵਿੱਚ ਬਹੁਤ ਵਾਰ ਕਾਲ ਜਾਂ ਮੈਸੇਜ ਕਰਦੀ ਸੀ, ਉਹ ਅੱਜ ਕਿਸੇ ਹੋਰ ਦੀਆਂ ਬਾਹਾਂ ਦੇ ਵਿੱਚ ਸੀ। ਮੇਰਾ ਦਿਲ ਟੁਕੜੇ ਟੁਕੜੇ ਹੋ ਚੁੱਕਿਆ ਸੀ। ਗੁੱਸੇ ਦੇ ਨਾਲ ਮੇਰੀਆਂ ਮੁੱਠੀਆਂ ਮਿਚ ਗਈਆਂ ਸਨ। ਮੈਂ ਗੁੱਸੇ ਦੇ ਵਿੱਚ ਆ ਕੇ ਉਸ ਲੜਕੇ ਨੂੰ ਬਾਂਹ ਤੋਂ ਫੜਿਆ ਅਤੇ ਰੇਸ਼ਮਾ ਤੋਂ ਦੂਰ ਕੀਤਾ। ਰੇਸ਼ਮਾ ਘਬਰਾ ਕੇ ਉੱਠੀ। ਉਸਦੇ ਚਿਹਰੇ ਦੇ ਰੰਗ ਉੱਡ ਗਏ ਸਨ। ਕਹਿਣ ਲੱਗੀ, ਤੁਸੀਂ ਇੱਥੇ? ਤਾਂ ਫਿਰ ਇਹ ਮੇਰੇ ਨਾਲ? ਬੈੱਡ ਤੇ ਉਸਦੇ ਮੂੰਹੋਂ ਸ਼ਬਦ ਹੀ ਨਹੀਂ ਨਿਕਲ ਰਹੇ ਸਨ। ਉਸਦੀ ਘਬਰਾਹਟ ਤੋਂ ਸਾਫ਼ ਦਿਖ ਰਿਹਾ ਸੀ ਕਿ ਉਹ ਦੋਸ਼ੀ ਸੀ। ਮੈਂ ਗੁੱਸੇ ਦੇ ਵਿੱਚ ਆ ਕੇ ਉਸਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ। ਮੈਂ ਕਿਹਾ, ਝੂਠ ਬੋਲਣ ਦੀ ਕੋਸ਼ਿਸ਼ ਨਾ ਕਰੋ। ਮੈਂ ਸਭ ਕੁਝ ਆਪਣੀ ਅੱਖਾਂ ਦੇ ਨਾਲ ਦੇਖ ਲਿਆ ਹੈ। ਤੂੰ ਉਸ ਦੀਆਂ ਬਾਹਾਂ ਦੇ ਵਿੱਚ ਖੁਸ਼ ਸੀ। ਹੁਣ ਬਹਾਨੇ ਬਣਾਉਣ ਦੀ ਕੋਸ਼ਿਸ਼ ਨਾ ਕਰਿਓ। ਰੇਸ਼ਮਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸਨ। ਉਹ ਕੁਝ ਕਹਿਣ ਦੀ ਕੋਸ਼ਿਸ਼ ਕਰਨ ਲੱਗੀ। ਨਹੀਂ, ਪਲੀਜ਼ ਮੇਰਾ ਯਕੀਨ ਕਰੋ। ਪਰ ਮੈਂ ਉਸ ਨੂੰ ਧੱਕਾ ਦੇ ਕੇ ਉਸ ਲੜਕੇ ਦੇ ਵੱਲ ਘੁਮਾਇਆ ਸੀ। ਮੈਂ ਉਸ ਲੜਕੇ ਨੂੰ ਗਲ ਤੋਂ ਫੜ ਕੇ ਆਪਣੇ ਨੇੜੇ ਕੀਤਾ ਅਤੇ ਉਸ ਨੂੰ ਪੁੱਛਿਆ ਕਿ ਦੱਸੋ, ਕੌਣ ਹੋ ਤੁਸੀਂ ਅਤੇ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਘਰ ਦੇ ਵਿੱਚ ਵੜਨ ਦੀ। ਮੇਰੇ ਅੰਦਰ ਇੰਨਾ ਜ਼ਿਆਦਾ ਗੁੱਸਾ ਸੀ ਕਿ ਮੈਂ ਅਗਲੇ ਹੀ ਪਲ ਉਸ ਲੜਕੇ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਮੇਰਾ ਪੂਰਾ ਸਰੀਰ ਗੁੱਸੇ ਅਤੇ ਬੇਵਸੀ ਦੇ ਨਾਲ ਕੰਬ ਰਿਹਾ ਸੀ। ਮੰਨੋ ਕਿ ਮੈਂ ਸਭ ਕੁਝ ਖਤਮ ਕਰ ਦੇਣਾ ਚਾਹੁੰਦਾ ਸੀ, ਸਭ ਕੁਝ ਬਰਬਾਦ ਕਰ ਦੇਣਾ ਚਾਹੁੰਦਾ ਸੀ। ਰੇਸ਼ਮਾ ਨੇ ਮੇਰੇ ਵਿਸ਼ਵਾਸ ਨੂੰ ਤੋੜ ਦਿੱਤਾ ਸੀ। ਆਖਰ ਕਰਕੇ ਕਿਉਂ ਕੀਤਾ ਉਸਨੇ ਅਜਿਹਾ ਮੇਰੇ ਨਾਲ? ਮੇਰੇ ਦਿਲ ਦੇ ਵਿੱਚ ਸਵਾਲਾਂ ਦਾ ਤੂਫਾਨ ਉੱਠ ਰਿਹਾ ਸੀ ਅਤੇ ਅੱਖਾਂ ਦੇ ਵਿੱਚ ਬੇਵਸੀ ਦੇ ਹੰਝੂ ਸਨ ਜਿਸ ਨੂੰ ਮੈਂ ਬਹੁਤ ਹੀ ਬੇਦਰਦੀ ਦੇ ਨਾਲ ਪੂੰਝਿਆ ਸੀ। ਮੈਂ ਉਸ ਲੜਕੇ ਨੂੰ ਦੂਜਾ ਥੱਪੜ ਮਾਰਿਆ। ਰੇਸ਼ਮਾ ਬੈਠੀ ਰੋ ਰਹੀ ਸੀ। ਮੈਂ ਉਸ ਲੜਕੇ ਨੂੰ ਪੁੱਛਿਆ, ਤੁਹਾਡਾ ਕੀ ਰਿਸ਼ਤਾ ਹੈ, ਦੱਸੋ, ਮੇਰੀ ਪਤਨੀ ਦੇ ਨਾਲ, ਅਤੇ ਇਹ ਸਭ ਕੁਝ ਕਦੋਂ ਤੋਂ ਚੱਲ ਰਿਹਾ ਹੈ? ਮੇਰੇ ਸਵਾਲਾਂ ਤੇ ਰੇਸ਼ਮਾ ਤੜਫ ਉੱਠੀ। ਕਹਿਣ ਲੱਗੀ, ਨਹੀਂ, ਇਹ ਤੁਸੀਂ ਕੀ ਕਹਿ ਰਹੇ ਹੋ? ਤੁਹਾਨੂੰ ਮੇਰੇ ਤੇ ਯਕੀਨ ਨਹੀਂ? ਮੇਰੇ ਤੇ ਇੰਨਾ ਗੰਦਾ ਇਲਜ਼ਾਮ ਨਾ ਲਗਾਓ। ਮੈਂ ਇਹ ਸਹਿ ਨਹੀਂ ਸਕਾਂਗੀ। ਉਹ ਤੜਕੇ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ ਸੀ। ਕਹਿਣ ਲੱਗੀ, ਨਹੀਂ, ਮੈਂ ਨਹੀਂ ਜਾਣਦੀ ਕਿ ਇਹ ਲੜਕਾ ਕੌਣ ਹੈ। ਮੈਨੂੰ ਤਾਂ ਲੱਗਿਆ ਕਿ ਤੁਸੀਂ ਹੋ ਅਤੇ ਮੈਨੂੰ ਲੱਗਿਆ ਕਿ ਤੁਸੀਂ ਹੀ ਮੈਨੂੰ ਬਾਹਾਂ ਦੇ ਵਿੱਚ ਲੈ ਰਹੇ ਹੋ। ਪਹਿਲਾਂ ਤਾਂ ਮੈਂ ਤੁਹਾਡੇ ਨਾਲ ਨਾਰਾਜ਼ ਸੀ ਪਰ ਹੌਲੀ-ਹੌਲੀ ਮੈਂ ਆਪਣਾ ਗੁੱਸਾ ਦੂਰ ਕਰ ਦਿੱਤਾ ਸੀ ਅਤੇ ਤੁਹਾਨੂੰ ਸਮਝ ਕੇ ਇਸ ਦੀਆਂ ਬਾਹਾਂ ਦੇ ਵਿੱਚ ਆ ਗਈ ਸੀ। ਮੇਰੇ ਤੇ ਯਕੀਨ ਕਰੋ, ਇਹ ਸਭ ਇੱਕ ਗਲਤਫਹਿਮੀ ਹੈ। ਮੈਂ ਇਸ ਲੜਕੇ ਨੂੰ ਨਹੀਂ ਜਾਣਦੀ। ਇਸ ਤੋਂ ਪਹਿਲਾਂ ਮੈਂ ਇਸ ਲੜਕੇ ਨੂੰ ਕਦੇ ਦੇਖਿਆ ਹੀ ਨਹੀਂ ਹੈ। ਮੈਨੂੰ ਪਤਾ ਸੀ ਕਿ ਰੇਸ਼ਮਾ ਆਪਣੇ ਆਪ ਨੂੰ ਬਚਾਉਣ ਦੇ ਲਈ ਝੂਠ ਬੋਲ ਰਹੀ ਹੈ। ਮੈਂ ਗੁੱਸੇ ਦੇ ਨਾਲ ਉਸ ਦੀਆਂ ਗੱਲਾਂ ਨੂੰ ਅਣਸੁਣਿਆ ਕਰਦੇ ਹੋਏ ਕਿਹਾ, ਮੈਂ ਸਭ ਕੁਝ ਆਪਣੀ ਅੱਖਾਂ ਦੇ ਨਾਲ ਦੇਖਿਆ ਹੈ। ਤੁਸੀਂ ਇੰਨੀ ਭੋਲੀ ਅਤੇ ਬੇਵਕੂਫ ਨਹੀਂ ਹੋ।
ਜੋ ਮੇਰੇ ਅਤੇ ਕਿਸੇ ਗੈਰ ਮਰਦ ਦੇ ਵਿੱਚ ਫਰਕ ਮਹਿਸੂਸ ਨਾ ਕਰ ਸਕੋ। ਇਸ ਵਿਚਕਾਰ ਉਸ ਲੜਕੇ ਨੂੰ ਮੌਕਾ ਮਿਲ ਗਿਆ ਸੀ ਅਤੇ ਉਹ ਕਮਰੇ ਦੀ ਖਿੜਕੀ ਦੇ ਵਿੱਚੋਂ ਬਾਹਰ ਨਿਕਲ ਗਿਆ। ਮੈਂ ਉਸ ਨੂੰ ਫੜਨ ਦੇ ਲਈ ਉਸ ਦੇ ਪਿੱਛੇ ਭੱਜਿਆ, ਪਰ ਉਹ ਉਦੋਂ ਤੱਕ ਭੱਜ ਚੁੱਕਿਆ ਸੀ। ਵਾਪਸ ਆ ਕੇ ਦੇਖਿਆ ਤਾਂ ਰੇਸ਼ਮਾ ਦਾ ਰੋ ਰੋ ਕੇ ਬੁਰਾ ਹਾਲ ਸੀ, ਪਰ ਹੁਣ ਮੇਰੇ ਦਿਲ ਦੇ ਵਿੱਚ ਕੁਝ ਵੀ ਬਦਲਣ ਵਾਲਾ ਨਹੀਂ ਸੀ। ਮੇਰੇ ਵਿਸ਼ਵਾਸ ਦੀ ਡੋਰ ਟੁੱਟ ਚੁੱਕੀ ਸੀ। ਮੈਂ ਉਸ ਨੂੰ ਸਖਤੀ ਦੇ ਨਾਲ ਕਿਹਾ, ਰੇਸ਼ਮਾ, ਆਪਣਾ ਸਮਾਨ ਪੈਕ ਕਰੋ ਅਤੇ ਇੱਥੋਂ ਚਲੀ ਜਾਓ। ਮੇਰੀ ਜ਼ਿੰਦਗੀ ਦੇ ਵਿੱਚ ਹੁਣ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਹੈ। ਮੈਂ ਇੱਕ ਬੇਸ਼ਰਮ ਅਤੇ ਕਰੈਕਟਰਲੈਸ ਲੜਕੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਰੱਖ ਸਕਦਾ। ਮੈਂ ਉਸ ਸਮੇਂ ਪੱਥਰ ਬਣ ਚੁੱਕਿਆ ਸੀ ਅਤੇ ਗੁੱਸੇ ਨਾਲ ਭਰਿਆ ਹੋਇਆ ਸੀ। ਗੁੱਸਾ ਮੇਰੇ ਸਿਰ ਤੇ ਇੰਨਾ ਜ਼ਿਆਦਾ ਸਵਾਰ ਸੀ ਕਿ ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਰੇਸ਼ਮਾ ਨੇ ਮੇਰੀਆਂ ਲੱਖ ਮਿੰਨਤਾਂ ਕੀਤੀਆਂ, ਮੈਨੂੰ ਬਹੁਤ ਸਮਝਾਇਆ, ਪਰ ਮੇਰਾ ਪੱਥਰ ਦਿਲ ਪਿਘਲ ਨਾ ਸਕਿਆ। ਰਾਤ 10 ਵਜੇ ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਉਹ ਕਿੰਨੇ ਸਮੇਂ ਤੱਕ ਦਰਵਾਜ਼ਾ ਖੜਕਾਉਂਦੀ ਰਹੀ, ਆਪਣੇ ਬੇਕਸੂਰ ਹੋਣ ਦੀਆਂ ਦੁਹਾਈਆਂ ਦਿੰਦੀ ਰਹੀ, ਪਰ ਹੁਣ ਮੈਨੂੰ ਉਸ ਦੀ ਕਿਸੇ ਗੱਲ ਤੇ ਯਕੀਨ ਨਹੀਂ ਸੀ। ਕੁਝ ਸਮੇਂ ਬਾਅਦ ਬਾਹਰ ਚੁੱਪੀ ਛਾ ਗਈ ਸੀ। ਸ਼ਾਇਦ ਉਹ ਜਾ ਚੁੱਕੀ ਸੀ। ਰੇਸ਼ਮਾ ਦੇ ਜਾਣ ਤੋਂ ਬਾਅਦ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਮੇਰੀ ਜ਼ਿੰਦਗੀ ਦੇ ਵਿੱਚ ਜੋ ਤੂਫਾਨ ਆਇਆ ਸੀ, ਉਸਨੇ ਸਭ ਕੁਝ ਬਰਬਾਦ ਕਰ ਦਿੱਤਾ ਸੀ। ਜੋ ਵੀ ਥੋੜੀ ਬਹੁਤ ਬਚੀ ਸੀ, ਉਹ ਹੁਣ ਖਤਮ ਹੋ ਚੁੱਕੀ ਸੀ। ਰੋਂਦੇ ਰੋਂਦੇ ਮੈਂ ਉੱਥੇ ਹੀ ਸੋਫੇ ਤੇ ਡਿੱਗ ਚੁੱਕਿਆ ਸੀ। ਮੇਰਾ ਦਿਲ ਪਿਆਰ ਦੇ ਵਿੱਚ ਬਾਰ-ਬਾਰ ਧੋਖਾ ਖਾ ਰਿਹਾ ਸੀ। ਪਹਿਲਾਂ ਹੀਨਾ, ਹੁਣ ਰੇਸ਼ਮਾ। ਕੀ ਮੈਨੂੰ ਜ਼ਿੰਦਗੀ ਦੇ ਵਿੱਚ ਕਦੇ ਸੱਚਾ ਪਿਆਰ ਨਹੀਂ ਮਿਲੇਗਾ? ਕੀ ਕੋਈ ਅਜਿਹਾ ਸਾਥੀ ਨਹੀਂ ਹੋਵੇਗਾ ਜੋ ਸਿਰਫ ਮੇਰੇ ਲਈ ਹੋਵੇ? ਮੇਰੇ ਸਿਰ ਦੇ ਵਿੱਚ ਦਰਦ ਹੋ ਰਿਹਾ ਸੀ। ਮੈਂ ਨੀਂਦ ਦੀਆਂ ਗੋਲੀਆਂ ਖਾਧੀਆਂ ਅਤੇ ਉੱਥੇ ਸੋਫੇ ਤੇ ਹੀ ਸੌਂ ਗਿਆ। ਸਵੇਰੇ 9 ਵਜੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੇ ਘਰ ਦੇ ਵਿੱਚ ਕੋਈ ਨਹੀਂ ਸੀ। ਅਚਾਨਕ ਮੇਰੇ ਦਿਮਾਗ ਦੇ ਵਿੱਚ ਰੇਸ਼ਮਾ ਦਾ ਚਿਹਰਾ ਆਇਆ। ਮੈਨੂੰ ਯਾਦ ਆਇਆ ਕਿ ਕਿੰਨੇ ਪਿਆਰ ਦੇ ਨਾਲ ਉਹ ਹਰ ਰੋਜ਼ ਸਵੇਰੇ ਮੈਨੂੰ ਜਗਾਉਂਦੀ ਸੀ ਅਤੇ ਉਸਦੇ ਚਿਹਰੇ ਨੂੰ ਦੇਖ ਕੇ ਕਿਵੇਂ ਹਰ ਰੋਜ਼ ਮੇਰਾ ਦਿਨ ਬਣ ਜਾਂਦਾ ਸੀ। ਮੈਂ ਉਸ ਨੂੰ ਪਿਆਰ ਦੇ ਨਾਲ ਚੁੰਮਦਾ ਅਤੇ ਉਸ ਨੂੰ ਬਾਹਾਂ ਦੇ ਵਿੱਚ ਭਰ ਕੇ ਮੈਨੂੰ ਸ਼ਾਂਤੀ ਮਿਲਦੀ ਸੀ। ਉਹ ਮੇਰੇ ਲਈ ਨਾਸ਼ਤਾ ਬਣਾਉਂਦੀ ਅਤੇ ਮੈਂ ਉਸ ਨੂੰ ਬਾਰ-ਬਾਰ ਆਵਾਜ਼ਾਂ ਮਾਰਦਾ ਕਿ ਰੇਸ਼ਮਾ, ਮੇਰਾ ਪਰਸ ਕਿੱਥੇ ਹੈ? ਰੇਸ਼ਮਾ, ਮੇਰੀ ਟਾਈ ਕਿੱਥੇ ਹੈ? ਉਹ ਕਦੇ ਕਿਚਨ ਦੇ ਵਿੱਚ ਅਤੇ ਕਦੇ ਕਮਰੇ ਦੇ ਵਿੱਚ ਭੱਜੀ ਭੱਜੀ ਫਿਰਦੀ ਅਤੇ ਕਦੇ ਝੂਠੀ ਮੁੱਠੀ ਨਾਰਾਜ਼ਗੀ ਦੇ ਨਾਲ ਕਹਿੰਦੀ ਕਿ ਕੁਝ ਕੰਮ ਖੁਦ ਵੀ ਕਰ ਲਿਆ ਕਰੋ। ਮੈਂ ਉਸ ਨੂੰ ਆਪਣੇ ਨੇੜੇ ਕਰਦਾ ਤੇ ਕਹਿੰਦਾ, ਜਦੋਂ ਤੁਸੀਂ ਇੱਕ ਪਲ ਦੇ ਲਈ ਵੀ ਮੇਰੇ ਤੋਂ ਦੂਰ ਜਾਂਦੇ ਹੋ ਤਾਂ ਮੈਨੂੰ ਆਪਣੀ ਜ਼ਿੰਦਗੀ ਸੁੰਨੀ ਲੱਗਣ ਲੱਗਦੀ ਹੈ। ਇਸ ਕਰਕੇ ਮੈਂ ਤੁਹਾਨੂੰ ਬਹਾਨੇ ਦੇ ਨਾਲ ਆਪਣੇ ਨੇੜੇ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਕਹਿੰਦੇ ਕਹਿੰਦੇ ਮੈਂ ਜਲਦੀ ਨਾਲ ਉਸ ਦੀਆਂ ਗੁਲਾਬੀ ਗੱਲਾਂ ਨੂੰ ਚੁੰਮ ਲੈਂਦਾ ਅਤੇ ਉਹ ਮੇਰੀ ਇਸ ਸ਼ਰਾਰਤ ਤੇ ਸ਼ਰਮਾ ਜਾਂਦੀ। ਪਰ ਅੱਜ ਮੇਰਾ ਘਰ ਸੁੰਨਾ ਪਿਆ ਸੀ। ਨਾ ਤਾਂ ਰੇਸ਼ਮਾ ਦੀ ਹਾਸੀ ਸੀ ਅਤੇ ਨਾ ਹੀ ਉਸ ਦੀ ਖੁਸ਼ਬੂ ਅਤੇ ਨਾ ਹੀ ਉਸ ਦੀ ਭੱਜ ਦੌੜ। ਮੈਂ ਆਪਣੇ ਦੁਖਦੇ ਹੋਏ ਸਿਰ ਨੂੰ ਹੱਥਾਂ ਦੇ ਵਿੱਚ ਫੜ ਲਿਆ ਅਤੇ ਜਿਵੇਂ ਤਿਵੇਂ ਆਫਿਸ ਜਾਣ ਦੇ ਲਈ ਤਿਆਰ ਹੋ ਗਿਆ। ਆਫਿਸ ਜਾਂਦੇ ਹੀ ਮੇਰੇ ਦੋਸਤ ਨੇ ਮੇਰੀ ਹਾਲਤ ਸਮਝ ਲਈ ਸੀ। ਉਸ ਨੇ ਬਹੁਤ ਪੁੱਛਿਆ, ਪਰ ਮੈਂ ਉਸ ਨੂੰ ਕੁਝ ਨਹੀਂ ਦੱਸਿਆ। ਸਮਾਂ ਬੀਤਣ ਲੱਗਿਆ ਸੀ। ਰੇਸ਼ਮਾ ਨੂੰ ਘਰ ਛੱਡੇ ਹੋਏ 2 ਮਹੀਨੇ ਹੋ ਗਏ ਸਨ ਅਤੇ ਮੇਰੀ ਜ਼ਿੰਦਗੀ ਹੁਣ ਤੱਕ ਬਰਬਾਦ ਹੋ ਚੁੱਕੀ ਸੀ। ਕਦੇ ਕਦੇ ਮੈਨੂੰ ਰੇਸ਼ਮਾ ਦਾ ਖਿਆਲ ਆਉਂਦਾ ਸੀ। ਉਸ ਦੀਆਂ ਯਾਦਾਂ ਮੈਨੂੰ ਤੜਫਾਉਣ ਲੱਗਦੀਆਂ ਸਨ। ਫਿਰ ਉਹੀ ਸਮਾਂ ਮੇਰੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਅਤੇ ਮੈਂ ਉਸ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ। ਮੇਰੇ ਦਿਲ ਦੇ ਵਿੱਚ ਖਿਆਲ ਆਉਂਦਾ ਕਿ ਆਖਿਰਕਾਰ ਰੇਸ਼ਮਾ ਕਿੱਥੇ ਗਈ ਹੋਵੇਗੀ। ਉਸ ਦਾ ਤਾਂ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਸੀ। ਉਸ ਦੀ ਇੱਕ ਚਾਚੀ ਸੀ ਜੋ ਉਸ ਦੇ ਫਰਜ਼ ਤੋਂ ਆਜ਼ਾਦ ਹੋ ਕੇ ਆਪਣਿਆਂ ਬੇਟਿਆਂ ਦੇ ਕੋਲ ਦੁਬਈ ਚਲੀ ਗਈ ਸੀ। ਰੇਸ਼ਮਾ ਮੇਰੀ ਮਾਂ ਦੀ ਸਹੇਲੀ ਦੀ ਬੇਟੀ ਸੀ। ਜਦੋਂ ਮੇਰੀ ਮਾਂ ਨੂੰ ਪਤਾ ਲੱਗਿਆ ਕਿ ਰੇਸ਼ਮਾ ਅਨਾਥ ਹੋ ਚੁੱਕੀ ਹੈ ਤਾਂ ਉਸਦੇ ਅੰਦਰ ਦੀ ਮਮਤਾ ਉਸਦੇ ਲਈ ਜਾਗ ਪਈ ਸੀ ਅਤੇ ਉਹਨਾਂ ਨੇ ਮੇਰਾ ਵਿਆਹ ਰੇਸ਼ਮਾ ਦੇ ਨਾਲ ਕਰਵਾ ਦਿੱਤਾ। ਮੈਂ ਗੁੱਸੇ ਦੇ ਵਿੱਚ ਉਸ ਨੂੰ ਘਰ ਤੋਂ ਕੱਢ ਤਾਂ ਦਿੱਤਾ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਗਈ ਹੋਵੇਗੀ। ਖੈਰ, ਸਮਾਂ ਆਪਣੀ ਰਫ਼ਤਾਰ ਦੇ ਨਾਲ ਲੰਘ ਰਿਹਾ ਸੀ। ਮੇਰੀ ਮਾਂ ਦਾ ਫੋਨ ਆਉਂਦਾ। ਉਹ ਰੇਸ਼ਮਾ ਦੇ ਨਾਲ ਗੱਲ ਕਰਨ ਦੇ ਲਈ ਕਹਿੰਦੀ। ਪਹਿਲਾਂ ਤਾਂ ਮੈਂ ਉਹਨਾਂ ਨੂੰ ਟਾਲਦਾ ਰਿਹਾ, ਫਿਰ ਮੈਂ ਇੱਕ ਦਿਨ ਸਾਰੀ ਸੱਚਾਈ ਉਹਨਾਂ ਨੂੰ ਦੱਸ ਦਿੱਤੀ। ਇਹ ਸੁਣ ਕੇ ਮੇਰੀ ਮਾਂ ਨੇ ਮੈਨੂੰ ਬਹੁਤ ਬੁਰੀਆਂ ਗੱਲਾਂ ਸੁਣਾਈਆਂ। ਕਹਿਣ ਲੱਗੀ, ਇਹ ਤੂੰ ਬਹੁਤ ਗਲਤ ਕੀਤਾ ਨਵੀਨ। ਰੇਸ਼ਮਾ ਇਸ ਤਰ੍ਹਾਂ ਦੀ ਲੜਕੀ ਨਹੀਂ ਹੈ। ਜੇਕਰ ਮੇਰੀ ਬੱਚੀ ਨੂੰ ਕੁਝ ਹੋ ਗਿਆ ਤਾਂ ਮੈਂ ਤੁਹਾਨੂੰ ਕਦੇ ਮਾਫ ਨਹੀਂ ਕਰਾਂਗੀ। ਮੇਰੀ ਮਾਂ ਇੰਨੀ ਜ਼ਿਆਦਾ ਨਾਰਾਜ਼ ਹੋ ਗਈ ਸੀ ਕਿ ਫਿਰ ਉਹਨਾਂ ਨੇ ਮੈਨੂੰ ਫੋਨ ਕਰਨਾ ਹੀ ਛੱਡ ਦਿੱਤਾ। ਰੇਸ਼ਮਾ ਨੂੰ ਮੇਰੀ ਜ਼ਿੰਦਗੀ ਤੋਂ ਗਏ ਹੋਏ 1 ਸਾਲ ਹੋਣ ਵਾਲਾ ਸੀ। ਇਸ 1 ਸਾਲ ਦੇ ਵਿੱਚ ਮੈਂ ਬਹੁਤ ਤਰੱਕੀ ਕਰ ਲਈ ਸੀ। ਮੇਰਾ ਪ੍ਰਮੋਸ਼ਨ ਹੋ ਗਿਆ ਸੀ ਅਤੇ ਮੈਂ ਇੱਕ ਫਲੈਟ ਵੀ ਖਰੀਦ ਲਿਆ ਸੀ। ਪਰ ਰੇਸ਼ਮਾ ਦੀ ਯਾਦ ਅਜੇ ਵੀ ਮੇਰੇ ਦਿਲ ਦੇ ਕਿਸੇ ਕੋਨੇ ਦੇ ਵਿੱਚ ਦੱਬੀ ਹੋਈ ਸੀ। ਕਦੇ ਕਦੇ ਉਸ ਦੀ ਮੈਨੂੰ ਬਹੁਤ ਯਾਦ ਆਉਂਦੀ ਸੀ ਅਤੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ। ਮੈਂ ਰੇਸ਼ਮਾ ਦੇ ਨਾਲ ਸੱਚਾ ਪਿਆਰ ਕੀਤਾ ਸੀ। ਇਸ ਤਰ੍ਹਾਂ ਦਾ ਅਹਿਸਾਸ ਤਾਂ ਮੇਰੇ ਦਿਲ ਦੇ ਵਿੱਚ ਹੀਨਾ ਦੇ ਲਈ ਵੀ ਨਹੀਂ ਆਇਆ ਸੀ। ਜੋ ਰੇਸ਼ਮਾ
ਰੇਸ਼ਮਾ ਦੇ ਲਈ ਆਇਆ ਸੀ, ਪਰ ਉਸਨੇ ਮੇਰੇ ਪਿਆਰ ਦੀਆਂ ਧੱਜੀਆਂ ਉਡਾ ਦਿੱਤੀਆਂ। ਮੈਂ ਉਸਨੂੰ ਰੋਜ਼ ਯਾਦ ਕਰਦਾ ਸੀ ਅਤੇ ਰੋਜ਼ ਉਸਦੇ ਪਿਆਰ ਦੇ ਵਿੱਚ ਰੋਂਦਾ ਸੀ। ਫਿਰ ਇੱਕ ਦਿਨ ਜਦੋਂ ਮੈਂ ਆਫਿਸ ਤੋਂ ਘਰ ਦੇ ਵੱਲ ਆ ਰਿਹਾ ਸੀ ਤਾਂ ਅਚਾਨਕ ਇੱਕ ਲੜਕੀ ਮੇਰੀ ਗੱਡੀ ਦੇ ਸਾਹਮਣੇ ਆਉਂਦੀ ਬਚੀ। ਮੈਂ ਜਲਦੀ ਨਾਲ ਬ੍ਰੇਕ ਲਗਾਏ ਅਤੇ ਗੱਡੀ ਚੋਂ ਉਤਰਿਆ। ਮੈਂ ਉਸ ਲੜਕੀ ਨੂੰ ਬਾਂਹ ਤੋਂ ਫੜ ਕੇ ਖਿੱਚਿਆ ਤੇ ਕਿਹਾ ਕਿ ਤੁਸੀਂ ਅੰਨੇ ਹੋ, ਤੁਹਾਨੂੰ ਦਿਖਾਈ ਨਹੀਂ ਦਿੰਦਾ। ਪਰ ਉਸ ਲੜਕੀ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ, ਕਿਉਂਕਿ ਉਹ ਹਿੰਨਾ ਸੀ। ਮੈਨੂੰ ਦੇਖ ਕੇ ਉਸਦੇ ਚਿਹਰੇ ਤੇ ਚਮਕ ਆ ਗਈ। ਕਹਿਣ ਲੱਗੀ, ਤੁਸੀਂ? ਮੈਂ ਵੀ ਹੈਰਾਨ ਹੋ ਗਿਆ। ਮੈਂ ਕਹਿਣ ਲੱਗਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ? ਉਸਨੇ ਉਦਾਸੀ ਦੇ ਨਾਲ ਦੱਸਿਆ ਕਿ ਮੈਂ ਇੱਕ ਆਫਿਸ ਦੇ ਵਿੱਚ ਨੌਕਰੀ ਕਰ ਰਹੀ ਸੀ, ਪਰ ਬੌਸ ਨੇ ਕਿਸੇ ਹੋਰ ਨੂੰ ਰੱਖ ਲਿਆ ਅਤੇ ਮੈਨੂੰ ਕੰਮ ਤੋਂ ਕੱਢ ਦਿੱਤਾ। ਉਸ ਮੁਲਾਕਾਤ ਤੋਂ ਬਾਅਦ ਉਹ ਮੈਨੂੰ ਹਮੇਸ਼ਾ ਮਿਲਣ ਲੱਗੀ ਸੀ। ਉਸਨੇ ਮੇਰਾ ਨੰਬਰ ਵੀ ਲੈ ਲਿਆ ਸੀ ਅਤੇ ਹੁਣ ਉਹ ਮੇਰੇ ਨਾਲ ਫੋਨ ਤੇ ਵੀ ਗੱਲਾਂ ਕਰਨ ਲੱਗੀ ਸੀ। ਪਰ ਜਦੋਂ ਵੀ ਮੈਂ ਹੀਨਾ ਦੇ ਨਾਲ ਗੱਲ ਕਰਦਾ ਜਾਂ ਉਸ ਨੂੰ ਮਿਲਦਾ ਤਾਂ ਮੈਂ ਉਲਝ ਜਾਂਦਾ ਸੀ। ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਹੀਨਾ ਫਿਰ ਤੋਂ ਮੇਰੇ ਨੇੜੇ ਆ ਰਹੀ ਹੈ, ਪਰ ਮੈਂ ਚਾਹ ਕੇ ਵੀ ਉਸਦੇ ਵੱਲ ਕਦਮ ਨਹੀਂ ਵਧਾ ਸਕਦਾ ਸੀ। ਦਿਲ ਦੇ ਕਿਸੇ ਕੋਨੇ ਦੇ ਵਿੱਚ ਅਜੇ ਵੀ ਰੇਸ਼ਮਾ ਦੇ ਲਈ ਪਿਆਰ ਸੀ। ਰੇਸ਼ਮਾ ਨੇ ਮੈਨੂੰ ਧੋਖਾ ਦਿੱਤਾ ਸੀ, ਪਰ ਮੈਂ ਧੋਖੇਬਾਜ਼ ਨਹੀਂ ਸੀ। ਮੈਂ ਹੁਣ ਵੀ ਉਸ ਨੂੰ ਪਿਆਰ ਕਰਦਾ ਸੀ। ਭਲਾ ਹੀ ਮੈਂ ਉਸਦੇ ਨਾਲ ਨਾਰਾਜ਼ ਸੀ। ਸ਼ਾਇਦ ਮੈਂ ਆਪਣੀਆਂ ਅੱਖਾਂ ਤੇ ਨਫ਼ਰਤ ਦੀ ਪੱਟੀ ਜਹੀ ਬੰਨ੍ਹ ਲਈ। ਹੀਨਾ ਮੇਰੇ ਨਾਲ ਵੱਧਦੇ ਹੋਏ ਪਿਆਰ ਦਾ ਇਜ਼ਹਾਰ ਕਰਨ ਲੱਗੀ ਸੀ। ਇੱਕ ਦਿਨ ਕਹਿਣ ਲੱਗੀ ਕਿ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਸਕੂਨ ਮਿਲਦਾ ਹੈ ਨਵੀਨ। ਮੈਂ ਬਹੁਤ ਵੱਡੀ ਗਲਤੀ ਕੀਤੀ ਸੀ ਜੋ ਮੈਂ ਤੁਹਾਨੂੰ ਛੱਡ ਦਿੱਤਾ ਸੀ। ਹੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ। ਉਸਦੇ ਪਿਆਰ ਦੇ ਇਜ਼ਹਾਰ ਨੇ ਮੈਨੂੰ ਭੜਕਾ ਦਿੱਤਾ ਸੀ। ਮੈਂ ਖੁਸ਼ ਹੋਣਾ ਚਾਹੁੰਦਾ ਸੀ ਕਿ ਮੇਰਾ ਪਹਿਲਾ ਪਿਆਰ ਮੁੜ ਕੇ ਮੇਰੇ ਕੋਲ ਆ ਗਿਆ ਹੈ, ਪਰ ਮੇਰੇ ਦਿਲ ਦੇ ਵਿੱਚ ਕੋਈ ਵੀ ਭਾਵਨਾ ਨਹੀਂ ਪੈਦਾ ਹੋ ਰਹੀ ਸੀ। ਰਾਤ ਦਾ ਸਮਾਂ ਸੀ। ਮੈਂ ਹੈਰਾਨੀ ਅਤੇ ਉਲਝਣ ਦੇ ਵਿੱਚ ਸੀ। ਮੈਂ ਫੋਨ ਬੰਦ ਕਰ ਦਿੱਤਾ। ਰੇਸ਼ਮਾ ਦੀਆਂ ਯਾਦਾਂ ਮੇਰੇ ਦਿਲ ਤੇ ਦਿਮਾਗ ਦੇ ਵਿੱਚ ਘੁੰਮ ਰਹੀਆਂ ਸਨ। ਹਰ ਵਾਰ ਮੈਂ ਜਿੰਨੀ ਵੀ ਕੋਸ਼ਿਸ਼ ਕਰਦਾ, ਪਰ ਰੇਸ਼ਮਾ ਦਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਆ ਹੀ ਜਾਂਦਾ। ਮੈਨੂੰ ਗੁੱਸਾ ਆਉਣ ਲੱਗਿਆ ਸੀ, ਕਿਉਂਕਿ ਰੇਸ਼ਮਾ ਦਾ ਖਿਆਲ ਮੈਨੂੰ ਚੈਨ ਦੇ ਨਾਲ ਜਿਉਣ ਨਹੀਂ ਦੇ ਰਿਹਾ ਸੀ। ਹਾਲਾਂਕਿ ਉਸਨੇ ਜ਼ਿੰਦਗੀ ਖਰਾਬ ਕਰ ਦਿੱਤੀ ਸੀ। ਉਸਦੀਆਂ ਯਾਦਾਂ ਮੇਰੇ ਦਿਲ ਦੇ ਵਿੱਚ ਘੁੰਮ ਰਹੀਆਂ ਸਨ। ਹੀਨਾ ਦੇ ਕਹਿਣ ਤੇ ਮੈਂ ਉਸਨੂੰ ਆਪਣੇ ਹੀ ਆਫਿਸ ਦੇ ਵਿੱਚ ਇੱਕ ਅਸਿਸਟੈਂਟ ਦੇ ਤੌਰ ਤੇ ਨੌਕਰੀ ਦਵਾ ਦਿੱਤੀ ਸੀ। ਉਸ ਦਾ ਕੰਮ ਭਲਾ ਹੀ ਛੋਟਾ ਸੀ, ਪਰ ਉਹ ਫਿਰ ਵੀ ਖੁਸ਼ ਸੀ। ਉਸ ਦਿਨ ਆਫਿਸ ਤੋਂ ਨਿਕਲਦੇ ਸਮੇਂ ਅਚਾਨਕ ਹੀ ਮੌਸਮ ਖਰਾਬ ਹੋ ਗਿਆ। ਤੇਜ਼ ਬਾਰਿਸ਼ ਸ਼ੁਰੂ ਹੋ ਗਈ ਅਤੇ ਮੈਂ ਆਪਣੀ ਕਾਰ ਦੇ ਵੱਲ ਵਧ ਰਿਹਾ ਸੀ ਕਿ ਉਸ ਸਮੇਂ ਹੀ ਮੈਂ ਹੀਨਾ ਨੂੰ ਸੜਕ ਦੇ ਕਿਨਾਰੇ ਖੜਾ ਹੋਇਆ ਦੇਖਿਆ। ਉਹ ਭਿੱਜ ਰਹੀ ਸੀ, ਠੰਡ ਨਾਲ ਕੰਬ ਵੀ ਰਹੀ ਸੀ। ਮੈਂ ਜਲਦੀ ਨਾਲ ਆਪਣੀ ਕਾਰ ਉਸਦੇ ਕੋਲ ਲਿਜਾ ਕੇ ਰੋਕ ਦਿੱਤੀ। ਮੈਂ ਉਸਨੂੰ ਕਿਹਾ, ਹੀਨਾ, ਗੱਡੀ ਦੇ ਅੰਦਰ ਆ ਕੇ ਬੈਠ ਜਾਓ। ਮੌਸਮ ਖਰਾਬ ਹੈ, ਇਸ ਸਮੇਂ ਤੁਹਾਨੂੰ ਕੋਈ ਆਟੋ ਨਹੀਂ ਮਿਲੇਗਾ। ਚਲੋ ਬੈਠੋ, ਮੈਂ ਤੁਹਾਨੂੰ ਤੁਹਾਡੇ ਘਰ ਤੱਕ ਛੱਡ ਦਿਆਂਗਾ। ਉਹ ਜਲਦੀ ਨਾਲ ਮੇਰਾ ਧੰਨਵਾਦ ਕਰਦੀ ਹੋਈ ਗੱਡੀ ਦੇ ਵਿੱਚ ਬੈਠ ਗਈ ਸੀ। ਕਹਿਣ ਲੱਗੀ, ਮੰਮੀ ਪਰੇਸ਼ਾਨ ਹੋ ਰਹੀ ਹੋਵੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਟਾਈਮ ਤੇ ਘਰ ਪਹੁੰਚਾ ਦਿਓਗੇ। ਉਸਦੇ ਘਰ ਦੇ ਵਿੱਚ ਉਸਦੀ ਮਾਂ ਤੇ ਉਸਦੇ ਭਰਾ ਤੇ ਭਾਬੀ ਰਹਿੰਦੇ ਸਨ। ਉਹ ਆਪਣਾ ਅਤੇ ਆਪਣੀ ਮਾਂ ਦਾ ਪੇਟ ਨੌਕਰੀ ਕਰਕੇ ਪਾਲ ਰਹੀ ਸੀ। ਉਸਨੇ ਮੈਨੂੰ ਦੱਸਿਆ ਸੀ ਕਿ ਉਸ ਦਾ ਵਿਆਹ ਹੋ ਚੁੱਕਿਆ ਸੀ, ਪਰ ਉਹ ਲੜਕਾ ਸਹੀ ਨਹੀਂ ਸੀ। ਹੁਣ ਉਹ ਉਸ ਤੋਂ ਅਲੱਗ ਆਪਣੀ ਮਾਂ ਦੇ ਘਰ ਰਹਿੰਦਾ ਹੈ। ਹੀਨਾ ਦੀ ਹਾਲਤ ਦੇਖ ਕੇ ਮੈਂ ਉਸਨੂੰ ਆਪਣੇ ਘਰ ਚੱਲਣ ਦਾ ਸੁਝਾਅ ਦਿੱਤਾ, ਕਿਉਂਕਿ ਉਸ ਦਾ ਘਰ ਕਾਫੀ ਦੂਰ ਸੀ ਅਤੇ ਹੀਨਾ ਪੂਰੀ ਤਰ੍ਹਾਂ ਭਿੱਜ ਚੁੱਕੀ ਸੀ। ਮੈਂ ਕਿਹਾ ਕਿ ਇੱਥੋਂ ਮੇਰਾ ਘਰ ਨੇੜੇ ਹੀ ਹੈ, ਕੱਪੜੇ ਬਦਲ ਲਓ, ਨਹੀਂ ਤਾਂ ਬਿਮਾਰ ਹੋ ਜਾਓਗੇ। ਉਹ ਖੁਸ਼ੀ-ਖੁਸ਼ੀ ਮੰਨ ਗਈ ਅਤੇ ਮੇਰੇ ਨਾਲ ਮੇਰੇ ਘਰ ਦੇ ਅੰਦਰ ਆ ਗਈ। ਮੈਂ ਉਸਨੂੰ ਅਲਮਾਰੀ ਖੋਲ ਕੇ ਦੇ ਦਿੱਤੀ ਅਤੇ ਕਿਹਾ ਕਿ ਇਸ ਦੇ ਵਿੱਚੋਂ ਕੋਈ ਵੀ ਕੱਪੜੇ ਪਾ ਲਓ ਅਤੇ ਉਦੋਂ ਤੱਕ ਮੈਂ ਚਾਹ ਬਣਾਉਂਦਾ ਹਾਂ। ਜਦੋਂ ਮੈਂ ਚਾਹ ਲੈ ਕੇ ਵਾਪਸ ਆਇਆ ਤਾਂ ਹੀਨਾ ਤਿਆਰ ਹੋ ਕੇ ਮੇਰੇ ਸਾਹਮਣੇ ਖੜੀ ਸੀ, ਪਰ ਜੋ ਉਸਨੇ ਕੱਪੜੇ ਪਾਏ ਹੋਏ ਸਨ ਉਸ ਨੂੰ ਦੇਖ ਕੇ ਮੈਂ ਦੰਗ ਰਹਿ ਗਿਆ ਸੀ। ਇਹ ਉਹੀ ਨਾਈਟ ਗਾਊਨ ਸੀ ਜੋ ਮੈਂ ਰੇਸ਼ਮਾ ਨੂੰ ਸਾਡੇ ਵਿਆਹ ਦੀ ਪਹਿਲੀ ਰਾਤ ਪਾਉਣ ਦੇ ਲਈ ਦਿੱਤਾ ਸੀ। ਰੇਸ਼ਮਾ ਦੇ ਨਾਲ ਬਿਤਾਏ ਹੋਏ ਸਾਰੇ ਉਹ ਖੂਬਸੂਰਤ ਪਲ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗੇ। ਗੁੱਸੇ ਦੇ ਨਾਲ ਅਚਾਨਕ ਹੀ ਮੈਂ ਉਸਨੂੰ ਬਾਂਹ ਤੋਂ ਫੜਿਆ ਅਤੇ ਕਿਹਾ ਕਿ ਤੁਸੀਂ ਕੋਈ ਹੋਰ ਵੀ ਕੱਪੜੇ ਪਾ ਸਕਦੇ ਸੀ। ਇਹ ਗਾਊਨ ਇਸ ਸਮੇਂ ਪਾਉਣ ਦੀ ਕੀ ਜ਼ਰੂਰਤ ਸੀ? ਇਹ ਮੈਂ ਗੁੱਸੇ ਦੇ ਵਿੱਚ ਕਿਹਾ ਸੀ। ਹੀਨਾ ਨੇ ਮੇਰੀਆਂ ਗੱਲਾਂ ਤੇ ਕੋਈ ਵੀ ਧਿਆਨ ਨਹੀਂ ਦਿੱਤਾ। ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਉਹ ਹੌਲੀ-ਹੌਲੀ ਮੇਰੇ ਵੱਲ ਵਧਣ ਲੱਗੀ ਅਤੇ ਅਚਾਨਕ ਹੀ ਉਹ ਮੇਰੇ ਗਲ ਦੇ ਨਾਲ ਲੱਗ ਗਈ ਅਤੇ ਅਚਾਨਕ ਹੀ ਉਹ ਮੇਰੇ ਗਲ ਨਾਲ ਲੱਗਦੀ ਹੋਈ ਬੋਲੀ, ਤੁਸੀਂ ਬਦਲ ਗਏ ਹੋ ਨਵੀਨ। ਪਹਿਲਾਂ ਤਾਂ ਤੁਸੀਂ ਮੇਰੇ ਤੇ ਮਰਦੇ ਸੀ, ਮੈਨੂੰ ਪਾਉਣ ਦੇ ਲਈ ਤਰਸਦੇ ਸੀ। ਉਸ ਸਮੇਂ ਮੈਨੂੰ ਤੁਸੀਂ ਸ਼ਿਕਾਇਤ ਕਰਦੇ ਸੀ ਕਿ ਤੁਸੀਂ ਮੈਨੂੰ ਆਪਣੇ ਕੋਲ ਨਹੀਂ ਆਉਣ ਦਿੰਦੇ, ਅਤੇ ਅੱਜ ਜਦੋਂ ਮੈਂ ਤੁਹਾਡੇ ਇੰਨੇ ਨੇੜੇ ਹਾਂ ਤਾਂ ਤੁਸੀਂ ਮੇਰੇ ਤੋਂ ਦੂਰ ਕਿਉਂ ਭੱਜ ਰਹੇ ਹੋ? ਉਸ ਦੀ ਆਵਾਜ਼ ਦੇ ਵਿੱਚ ਇੱਕ ਅਜੀਬ ਜਿਹਾ ਨਸ਼ਾ ਸੀ। ਉਸਨੇ ਮੇਰੇ ਬੁੱਲ੍ਹਾਂ ਤੇ ਆਪਣੇ ਬੁੱਲ੍ਹ ਰੱਖ ਦਿੱਤੇ ਅਤੇ ਮੇਰੇ ਅੰਦਰ ਇੱਕ ਬਿਜਲੀ ਜਿਹੀ ਦੌੜਨ ਲੱਗੀ। ਉਹ ਨਸ਼ੀਲੀ ਜਿਹੀ ਆਵਾਜ਼ ਦੇ ਵਿੱਚ ਬੋਲੀ, ਨਹੀਂ, ਇਹ ਮੌਕਾ ਬਾਰ-ਬਾਰ ਨਹੀਂ ਆਵੇਗਾ।
ਸੀਗਾ। ਮੈਂ ਤੁਹਾਡੇ ਪਿਆਰ ਦੇ ਵਿੱਚ ਆਪਣੇ ਆਪ ਨੂੰ ਭੁੱਲ ਜਾਣਾ ਚਾਹੁੰਦੀ ਹਾਂ। ਮੇਰੇ ਉੱਪਰ ਆਪਣਾ ਪਿਆਰ ਲੁਟਾ ਦਿਓ ਨਵੀਨ। ਉਸ ਦੀ ਸੰਗਤ ਦੇ ਵਿੱਚ ਮੈਂ ਵੀ ਆਪਣੇ ਕਾਬੂ ਤੋਂ ਬਾਹਰ ਹੋ ਗਿਆ ਸੀ। ਮੈਨੂੰ ਆਪਣੇ ਸਾਹਮਣੇ ਰੇਸ਼ਮਾ ਦਾ ਚਿਹਰਾ ਦਿਖਣ ਲੱਗਿਆ। ਮੈਨੂੰ ਹੀਨਾ ਦੀ ਥਾਂ ਰੇਸ਼ਮਾ ਦਿਖਾਈ ਦੇਣ ਲੱਗੀ। ਮੈਂ ਆਪਣੇ ਦਿਲ ਦੀ ਗਹਿਰਾਈ ਦੇ ਵਿੱਚ ਦੱਬੇ ਹੋਏ ਰੇਸ਼ਮਾ ਦੇ ਪਿਆਰ ਨੂੰ ਫਿਰ ਤੋਂ ਮਹਿਸੂਸ ਕੀਤਾ ਅਤੇ ਮੈਂ ਪੂਰੀ ਰਾਤ ਇਸ ਦੇ ਵਿੱਚ ਗਵਾਚ ਗਿਆ ਸੀ। ਮੈਂ ਹੀਨਾ ਨੂੰ ਰੇਸ਼ਮਾ ਸਮਝ ਕੇ ਚੁੰਮਣਾ ਸ਼ੁਰੂ ਕਰ ਦਿੱਤਾ, ਪਰ ਫਿਰ ਜਿਵੇਂ ਹੀ ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੇ ਆਪ ਨੂੰ ਪਿੱਛੇ ਖਿੱਚਿਆ ਸੀ। ਮੈਂ ਕਿਹਾ, ਹੀਨਾ, ਤੁਸੀਂ ਇੱਥੇ, ਤੁਸੀਂ ਮੇਰੇ ਬਿਸਤਰੇ ਤੇ। ਮੈਂ ਬਹੁਤ ਜ਼ਿਆਦਾ ਘਬਰਾ ਗਿਆ ਸੀ। ਹੀਨਾ ਦੇ ਚਿਹਰੇ ਤੇ ਇੱਕ ਪਿਆਰੀ ਜਿਹੀ ਮੁਸਕਾਨ ਸੀ। ਹੀਨਾ ਨੇ ਮੇਰੇ ਵੱਲ ਦੇਖਦੇ ਹੋਏ ਕਿਹਾ, ਨਵੀਨ, ਜਦੋਂ ਇੱਕ ਲੜਕਾ ਤੇ ਲੜਕੀ ਇੱਕ ਕਮਰੇ ਦੇ ਵਿੱਚ ਬੰਦ ਹੁੰਦੇ ਹਨ ਤਾਂ ਸਾਰੀਆਂ ਹੱਦਾਂ ਪਾਰ ਹੋ ਜਾਂਦੀਆਂ ਹਨ ਅਤੇ ਅਸੀਂ ਵੀ ਉਹ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੇਰੇ ਦਿਲ ਅਤੇ ਦਿਮਾਗ ਦੇ ਵਿੱਚ ਤੂਫਾਨ ਮੱਚ ਗਿਆ ਸੀ। ਮੈਂ ਆਪਣਾ ਸਿਰ ਆਪਣੇ ਦੋਨਾਂ ਹੱਥਾਂ ਨਾਲ ਫੜ ਲਿਆ ਕਿ ਇਹ ਮੈਂ ਕੀ ਕਰ ਦਿੱਤਾ ਸੀ। ਜੋ ਕੁਝ ਵੀ ਹੋਇਆ ਸੀ ਉਹ ਨਹੀਂ ਹੋਣਾ ਚਾਹੀਦਾ ਸੀ। ਮੈਂ ਹੈਰਾਨ ਹੋ ਕੇ ਹੀਨਾ ਨੂੰ ਦੇਖ ਰਿਹਾ ਸੀ। ਉਹ ਹੌਲੀ ਜਿਹੀ ਉੱਠੀ, ਬਾਥਰੂਮ ਦੇ ਵਿੱਚ ਗਈ ਅਤੇ ਰੇਸ਼ਮਾ ਦਾ ਹੀ ਸੂਟ ਕੱਢ ਕੇ ਪਾ ਲਿਆ। ਉਸਨੇ ਮੇਰੀਆਂ ਗੱਲਾਂ ਨੂੰ ਪਿਆਰ ਦੇ ਨਾਲ ਚੁੰਮਿਆ ਅਤੇ ਮੁਸਕਰਾਉਂਦੀ ਹੋਈ ਬਾਏ ਬੋਲ ਕੇ ਘਰ ਤੋਂ ਬਾਹਰ ਚਲੀ ਗਈ। ਮੈਂ ਬਸ ਬੇਬਸ ਉਸ ਨੂੰ ਜਾਂਦਾ ਦੇਖਦਾ ਰਹਿ ਗਿਆ। ਮੈਂ ਸਮਝ ਨਹੀਂ ਸਕਿਆ ਸੀ ਕਿ ਆਖਰਕਾਰ ਇਹ ਸਭ ਕੁਝ ਕਿਵੇਂ ਹੋ ਗਿਆ। ਉਸ ਰਾਤ ਤੋਂ ਬਾਅਦ ਹੀਨਾ ਜਿਵੇਂ ਮੇਰੇ ਉੱਪਰ ਹਾਵੀ ਹੋ ਗਈ ਸੀ। ਉਹ ਜਦੋਂ ਚਾਹੇ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀ, ਪਰ ਹੁਣ ਮੈਂ ਉਸਨੂੰ ਆਪਣੇ ਤੋਂ ਦੂਰ ਕਰਨ ਲੱਗਿਆ ਸੀ। ਮੈਂ ਅੰਦਰ ਹੀ ਅੰਦਰ ਆਪਣੇ ਆਪ ਨੂੰ ਬਦਲਣ ਲੱਗਿਆ ਸੀ, ਪਰ ਉਹ ਇਹ ਮੰਨਣ ਦੇ ਲਈ ਤਿਆਰ ਨਹੀਂ ਸੀ। ਹੁਣ ਤਾਂ ਉਹ ਮੈਨੂੰ ਬਲੈਕਮੇਲ ਵੀ ਕਰਨ ਲੱਗੀ ਸੀ। ਇੱਕ ਦਿਨ ਜਦੋਂ ਮੈਂ ਉਸਨੂੰ ਆਪਣੇ ਤੋਂ ਦੂਰ ਕੀਤਾ ਤਾਂ ਉਹ ਗੁੱਸੇ ਨਾਲ ਚੀਕ ਪਈ, ਕਹਿਣ ਲੱਗੀ, ਨਵੀਨ, ਹੁਣ ਤੁਸੀਂ ਮੈਨੂੰ ਮਨਾ ਨਹੀਂ ਕਰ ਸਕਦੇ। ਜੋ ਕੁਝ ਵੀ ਸਾਡੇ ਵਿਚਕਾਰ ਹੋ ਗਿਆ ਹੈ ਉਸ ਨੂੰ ਤੁਸੀਂ ਇਸ ਤਰ੍ਹਾਂ ਭੁਲਾ ਨਹੀਂ ਸਕਦੇ ਅਤੇ ਮੇਰੇ ਕੋਲ ਇਸ ਦਾ ਸਬੂਤ ਵੀ ਹੈ। ਹੀਨਾ ਨੇ ਆਪਣਾ ਫੋਨ ਕੱਢਿਆ ਅਤੇ ਉਸ ਦੇ ਵਿੱਚੋਂ ਕੁਝ ਤਸਵੀਰਾਂ ਅਤੇ ਵੀਡੀਓ ਮੈਨੂੰ ਦਿਖਾਈਆਂ ਅਤੇ ਮੈਂ ਜਿਵੇਂ ਸੁੰਨ ਹੋ ਗਿਆ ਸੀ। ਉਸਨੇ ਸਾਡੀਆਂ ਉਸ ਦਿਨ ਦੀਆਂ ਵੀਡੀਓ ਬਣਾ ਲਈਆਂ ਸਨ। ਮੈਂ ਹੈਰਾਨੀ ਅਤੇ ਗੁੱਸੇ ਦੇ ਨਾਲ ਕਿਹਾ, ਹੀਨਾ, ਤੁਸੀਂ ਇੰਨਾ ਡਿੱਗ ਸਕਦੇ ਹੋ? ਮੈਂ ਕਦੇ ਸੋਚਿਆ ਵੀ ਨਹੀਂ ਸੀ। ਇਹ ਸਭ ਕੁਝ ਕਿਉਂ ਕੀਤਾ ਤੁਸੀਂ? ਉਹ ਬਹੁਤ ਹੀ ਠੰਡੇ ਲਹਿਜੇ ਦੇ ਵਿੱਚ ਬੋਲੀ, ਇਹ ਮੇਰਾ ਪਿਆਰ ਹੈ, ਕੋਈ ਘਟੀਆ ਕੰਮ ਨਹੀਂ। ਮੈਨੂੰ ਪਤਾ ਸੀ ਤੁਸੀਂ ਆਪਣੀ ਪਤਨੀ ਰੇਸ਼ਮਾ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਉਸ ਦੀਆਂ ਯਾਦਾਂ ਦੇ ਵਿੱਚੋਂ ਕਦੇ ਬਾਹਰ ਨਹੀਂ ਆ ਸਕੋਗੇ ਅਤੇ ਮੈਂ ਤੁਹਾਨੂੰ ਕਿਸੇ ਵੀ ਹੱਦ ਤੇ ਪਾਉਣਾ ਚਾਹੁੰਦੀ ਸੀ। ਇਸ ਕਰਕੇ ਉਸ ਰਾਤ ਜਦੋਂ ਤੁਸੀਂ ਮੇਰੇ ਨੇੜੇ ਆਏ ਤਾਂ ਮੈਨੂੰ ਸਮਝ ਆ ਗਿਆ ਸੀ ਕਿ ਉਸ ਰਾਤ ਤੁਸੀਂ ਮੈਨੂੰ ਨਹੀਂ ਬਲਕਿ ਰੇਸ਼ਮਾ ਨੂੰ ਦੇਖ ਰਹੇ ਹੋ ਅਤੇ ਰੇਸ਼ਮਾ ਸਮਝ ਕੇ ਹੀ ਮੇਰੇ ਨੇੜੇ ਆਏ ਹੋ। ਇਸ ਕਰਕੇ ਮੈਂ ਉਸ ਰਾਤ ਇਹ ਵੀਡੀਓ ਬਣਾ ਲਈ ਸੀ ਤਾਂ ਕਿ ਜਦੋਂ ਕਦੇ ਤੁਸੀਂ ਮੈਨੂੰ ਵਿੱਚ ਰਾਸਤੇ ਛੱਡ ਕੇ ਜਾਓ ਤਾਂ ਮੈਂ ਤੁਹਾਨੂੰ ਯਾਦ ਦਿਵਾ ਸਕਾਂ ਕਿ ਸਾਡੇ ਵਿਚਕਾਰ ਕੀ ਕੁਝ ਹੋ ਚੁੱਕਿਆ ਹੈ। ਹੁਣ ਹੀਨਾ ਮੇਰੇ ਤੇ ਵਿਆਹ ਦਾ ਪ੍ਰੈਸ਼ਰ ਪਾਉਣ ਲੱਗੀ ਅਤੇ ਮੈਂ ਉਸ ਦੇ ਨਾਲ ਵਿਆਹ ਨਹੀਂ ਕਰ ਸਕਦਾ ਸੀ ਕਿਉਂਕਿ ਮੇਰੇ ਦਿਲ ਦੇ ਵਿੱਚ ਉਸ ਦੇ ਲਈ ਕੋਈ ਜਜ਼ਬਾਤ ਨਹੀਂ ਸਨ। ਜੋ ਕੁਝ ਵੀ ਹੋਇਆ ਸੀ ਉਸ ਦੇ ਵਿੱਚ ਪਹਿਲ ਸਿਰਫ ਅਤੇ ਸਿਰਫ ਹੀਨਾ ਦੀ ਸੀ। ਮੈਂ ਉਸ ਨੂੰ ਵਿਆਹ ਦੇ ਲਈ ਮਨਾ ਕਰਦਾ ਤਾਂ ਉਹ ਮੈਨੂੰ ਧਮਕਾਉਂਦੀ ਕਿ ਉਹ ਪੁਲਿਸ ਦੇ ਵਿੱਚ ਜਾ ਕੇ ਕੰਪਲੇਂਟ ਕਰੇਗੀ ਕਿ ਮੈਂ ਉਸ ਦੀ ਇੱਜ਼ਤ ਖਰਾਬ ਕੀਤੀ ਹੈ। ਹੁਣ ਉਹ ਵਿੱਚ ਵਿੱਚ ਮੇਰੇ ਤੋਂ ਪੈਸੇ ਵੀ ਮੰਗਣ ਲੱਗੀ ਸੀ। ਇਸ ਸਾਲ ਦੇ ਵਿੱਚ ਮੈਂ ਚੰਗੀ ਤਰੱਕੀ ਕੀਤੀ ਸੀ ਅਤੇ ਆਪਣਾ ਇੱਕ ਫਲੈਟ ਵੀ ਖਰੀਦ ਲਿਆ ਸੀ, ਪਰ ਅਜੇ ਤੱਕ ਮੈਂ ਆਪਣੇ ਨਵੇਂ ਫਲੈਟ ਦੇ ਵਿੱਚ ਸ਼ਿਫਟ ਨਹੀਂ ਹੋਇਆ ਸੀ। ਉਸ ਦੇ ਵਿੱਚ ਅਜੇ ਕੰਮ ਚੱਲ ਰਿਹਾ ਸੀ ਅਤੇ ਮੈਂ ਸੋਚਿਆ ਸੀ ਕਿ ਮੈਂ ਆਪਣੀ ਮਾਂ ਨੂੰ ਲੈ ਕੇ ਆਵਾਂਗਾ ਅਤੇ ਫਿਰ ਆਪਣੀ ਮਾਂ ਨੂੰ ਹਮੇਸ਼ਾ ਆਪਣੇ ਕੋਲ ਰੱਖਾਂਗਾ। ਹੀਨਾ ਦੀ ਨਿਗਾਹ ਉਸੇ ਫਲੈਟ ਤੇ ਸੀ। ਕਹਿਣ ਲੱਗੀ, ਤੁਸੀਂ ਮੇਰੇ ਨਾਲ ਵਿਆਹ ਕਰੋ ਜਾਂ ਫਿਰ ਆਪਣਾ ਉਹ ਫਲੈਟ ਮੇਰੇ ਨਾਮ ਕਰੋ, ਨਹੀਂ ਤਾਂ ਮੈਂ ਤੁਹਾਨੂੰ ਹਰ ਇੱਕ ਥਾਂ ਤੇ ਬਦਨਾਮ ਕਰ ਦਿਆਂਗੀ। ਮੈਂ ਹੀਨਾ ਨੂੰ ਸਮਝਣ ਦੇ ਵਿੱਚ ਗਲਤੀ ਕਰ ਦਿੱਤੀ ਸੀ। ਉਹ ਸਹੀ ਲੜਕੀ ਨਹੀਂ ਸੀ ਅਤੇ ਉਸ ਰਾਤ ਸਾਰੀਆਂ ਉਲਝਣਾਂ ਸੁਲਝ ਗਈਆਂ ਜਦੋਂ ਮੈਂ ਦੇਖਿਆ ਕਿ ਹੀਨਾ ਇੱਕ ਲੜਕੇ ਦਾ ਹੱਥ ਫੜ ਕੇ ਇੱਕ ਰੈਸਟੋਰੈਂਟ ਦੇ ਵਿੱਚ ਜਾ ਰਹੀ ਸੀ। ਮੈਂ ਉਸ ਲੜਕੇ ਨੂੰ ਇੱਕ ਪਲ ਦੇ ਵਿੱਚ ਹੀ ਪਹਿਚਾਣ ਗਿਆ ਸੀ। ਇਹ ਉਹੀ ਲੜਕਾ ਸੀ ਜੋ ਉਸ ਰਾਤ ਰੇਸ਼ਮਾ ਦੇ ਨਾਲ ਮੇਰੇ ਕਮਰੇ ਦੇ ਵਿੱਚ ਸੀ। ਮੇਰੇ ਸਰੀਰ ਦੇ ਵਿੱਚ ਕਰੰਟ ਜਿਹਾ ਦੌੜ ਗਿਆ। ਮੈਂ ਜਲਦੀ ਨਾਲ ਗੱਡੀ ਨੂੰ ਸਟੈਂਡ ਤੇ ਰੋਕ ਕੇ ਅੰਦਰ ਰੈਸਟੋਰੈਂਟ ਦੇ ਵਿੱਚ ਦਾਖਲ ਹੋਇਆ। ਸਾਹਮਣੇ ਹੀ ਟੇਬਲ ਤੇ ਹੀਨਾ ਅਤੇ ਉਹ ਲੜਕਾ ਬੈਠੇ ਹੋਏ ਸਨ। ਮੈਂ ਉਹਨਾਂ ਤੋਂ ਥੋੜੀ ਦੂਰੀ ਤੇ ਇੱਕ ਹੋਰ ਟੇਬਲ ਤੇ ਉਹਨਾਂ ਵੱਲ ਪਿੱਠ ਕਰਕੇ ਬੈਠ ਗਿਆ। ਉਹ ਲੜਕਾ ਕਹਿਣ ਲੱਗਿਆ, ਜਰ ਹੀਨਾ, ਕਦੋਂ ਤੱਕ ਉਹ ਤੁਹਾਡਾ ਆਸ਼ਿਕ? ਉਹ ਫਲੈਟ ਤੁਹਾਡੇ ਨਾਮ ਕਰਨ ਵਾਲਾ ਹੈ। ਕਦੋਂ ਤੱਕ ਅਸੀਂ ਇਸ ਤਰ੍ਹਾਂ ਹੀ ਕਿਰਾਏ ਦੇ ਮਕਾਨ ਦੇ ਵਿੱਚ ਧੱਕੇ ਖਾਂਦੇ ਰਹਾਂਗੇ? ਹੀਨਾ ਕਹਿਣ ਲੱਗੀ, ਰਵੀ, ਸਬਰ ਕਰੋ। ਫਲੈਟ ਤਾਂ ਉਹ ਮੇਰੇ ਨਾਮ ਹੀ ਕਰੇਗਾ ਕਿਉਂਕਿ ਮੈਂ ਉਸਨੂੰ ਆਪਣੇ ਜਾਲ ਦੇ ਵਿੱਚ ਫਸਾ ਜੋ ਲਿਆ ਹੈ। ਉਸ ਦੇ ਕੋਲ ਹੁਣ ਕੋਈ ਦੂਜਾ ਰਸਤਾ ਨਹੀਂ ਹੈ। ਉਹ ਲੜਕਾ ਡਰਦੇ ਹੋਏ ਕਹਿਣ ਲੱਗਿਆ ਕਿ ਜੇਕਰ ਉਸ ਲੜਕੇ ਨੇ ਤੁਹਾਡੇ ਨਾਮ ਫਲੈਟ ਨਾ ਕਰਕੇ ਤੁਹਾਨੂੰ ਵਿਆਹ ਦੇ ਲਈ ਕਹਿ ਦਿੱਤਾ
ਤਾਂ ਦੇਖੋ ਵਿਆਹ ਦੇ ਚੱਕਰ 'ਚ ਨਾ ਪੈ ਜਾਇਓ। ਤੁਸੀਂ ਮੇਰੀ ਪਤਨੀ ਹੋ, ਮੈਂ ਤੁਹਾਨੂੰ ਇੱਕ ਰਾਤ ਦੇ ਲਈ ਤਾਂ ਉਸਦੇ ਕੋਲ ਭੇਜਣ ਦੇ ਲਈ ਤਿਆਰ ਹੋ ਗਿਆ ਸੀ, ਪਰ ਪੂਰੀ ਜ਼ਿੰਦਗੀ ਦੇ ਲਈ ਮੈਂ ਤੁਹਾਨੂੰ ਉਸਦੇ ਕੋਲ ਨਹੀਂ ਭੇਜਾਂਗਾ। ਕੰਨ ਖੋਲ ਕੇ ਸੁਣ ਲਓ। ਹੀਨਾ ਜ਼ੋਰ ਦੇ ਨਾਲ ਹੱਸ ਪਈ ਸੀ, ਕਹਿਣ ਲੱਗੀ, ਇਹ ਨਹੀਂ ਹੋਵੇਗਾ, ਉਹ ਮੇਰੇ ਨਾਲ ਵਿਆਹ ਨਹੀਂ ਕਰੇਗਾ। ਮੈਂ ਚੰਗੀ ਤਰ੍ਹਾਂ ਜਾਣਦੀ ਹਾਂ, ਉਸ ਨੂੰ ਮੇਰੇ ਬਾਰੇ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਉਸ ਨੂੰ ਬਲੈਕਮੇਲ ਕਰ ਰਹੀ ਹਾਂ। ਮੈਂ ਉਸ ਨੂੰ ਭੜਕਾ ਕੇ ਉਸ ਦੇ ਨਾਲ ਸੰਬੰਧ ਬਣਾਇਆ ਸੀ। ਉਹ ਇਹ ਸਭ ਕੁਝ ਜਾਣ ਕੇ ਮੇਰੇ ਨਾਲ ਵਿਆਹ ਨਹੀਂ ਕਰੇਗਾ, ਉਹ ਫਲੈਟ ਹੀ ਮੇਰੇ ਨਾਮ ਕਰੇਗਾ। ਸਾਡੀ ਦੋਹਾਂ ਦੀ ਸਖਤ ਮਿਹਨਤ ਹੈ ਜੋ ਉਹ ਫਲੈਟ ਥੋੜੇ ਦਿਨਾਂ ਦੇ ਵਿੱਚ ਸਾਡੇ ਨਾਮ ਹੋਣ ਵਾਲਾ ਹੈ। ਉਹ ਲੜਕਾ ਕਹਿਣ ਲੱਗਾ ਕਿ ਹਾਂ ਯਾਰ, ਇਹ ਤਾਂ ਹੈ। ਉਸ ਰਾਤ ਮੈਂ ਵੀ ਨਵੀਨ ਦੇ ਕਈ ਘੁਸੁੰਨ ਆਪਣੇ ਮੂੰਹ ਤੇ ਖਾਦੇ ਸਨ। ਮੈਂ ਤਾਂ ਸੋਚ ਰਿਹਾ ਸੀ ਕਿ ਜੇਕਰ ਉਸਨੇ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਮੇਰਾ ਕੀ ਹੋਵੇਗਾ, ਪਰ ਮੈਂ ਮੌਕੇ ਦਾ ਫਾਇਦਾ ਚੱਕ ਕੇ ਉੱਥੋਂ ਭੱਜ ਗਿਆ। ਵੈਸੇ ਯਾਰ ਹੀਨਾ, ਕੁਝ ਵੀ ਕਹੋ, ਪਰ ਜੋ ਨਵੀਨ ਦੀ ਪਤਨੀ ਹੈ ਨਾ, ਉਹ ਬਹੁਤ ਘੈਂਟ ਚੀਜ਼ ਹੈ। ਜਦੋਂ ਮੈਂ ਉਸਨੂੰ ਪਿੱਛੇ ਤੋਂ ਬਾਹਾਂ ਦੇ ਵਿੱਚ ਭਰਿਆ ਸੀ ਤਾਂ ਮੈਂ ਵੀ ਆਪਣਾ ਹੋਸ਼ ਖੋ ਦਿੱਤਾ ਸੀ। ਉਹ ਵੀ ਨਵੀਨ ਨੂੰ ਸਮਝ ਕੇ ਮੇਰੇ ਨਾਲ ਚਿਪਕ ਗਈ ਸੀ। ਮੇਰਾ ਇਰਾਦਾ ਤਾਂ ਵੀਡੀਓ ਬਣਾ ਕੇ ਉਸਦੇ ਪਤੀ ਨਵੀਨ ਨੂੰ ਭੇਜਣ ਦਾ ਸੀ, ਪਰ ਉਸਨੇ ਤਾਂ ਖੁਦ ਹੀ ਆਪਣੀਆਂ ਅੱਖਾਂ ਦੇ ਨਾਲ ਸਭ ਕੁਝ ਦੇਖ ਲਿਆ ਸੀ ਅਤੇ ਸਾਡੇ ਲਈ ਇਹ ਚੰਗਾ ਹੀ ਹੋਇਆ ਸੀ। ਚਲੋ ਤੁਸੀਂ ਆਪਣਾ ਕਰਦੇ ਰਹੋ ਅਤੇ ਉਹ ਫਲੈਟ ਇੱਕ ਦੋ ਦਿਨਾਂ 'ਚ ਆਪਣੇ ਨਾਮ ਕਰਵਾ ਹੀ ਲਓ। ਅਤੇ ਗੁੱਸੇ ਦੇ ਨਾਲ ਮੇਰਾ ਬੁਰਾ ਹਾਲ ਹੋ ਰਿਹਾ ਸੀ। ਮੈਂ ਆਪਣੀ ਥਾਂ ਤੋਂ ਖੜਾ ਹੋਇਆ ਅਤੇ ਗੁੱਸੇ ਦੇ ਨਾਲ ਉਸ ਲੜਕੇ ਨੂੰ ਕਾਲਰ ਤੋਂ ਫੜ ਲਿਆ। ਮੈਂ ਕਿਹਾ ਕਿ ਤੁਸੀਂ ਜੋ ਮੇਰੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲ ਰਹੇ ਹੋ ਨਾ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਦੀ ਰਿਕਾਰਡਿੰਗ ਕਰ ਲਈ ਹੈ। ਹੁਣ ਇਹ ਸਾਰੀਆਂ ਗੱਲਾਂ ਮੈਂ ਪੁਲਿਸ ਨੂੰ ਜਾ ਕੇ ਸੁਣਾਵਾਂਗਾ ਅਤੇ ਤੁਹਾਨੂੰ ਅਜਿਹੀ ਸਜ਼ਾ ਦਿਵਾਵਾਂਗਾ ਕਿ ਤੁਹਾਡੀਆਂ 7 ਨਸਲਾਂ ਯਾਦ ਰੱਖਣਗੀਆਂ। ਤੁਸੀਂ ਮੇਰਾ ਘਰ ਬਰਬਾਦ ਕਰ ਦਿੱਤਾ। ਮੈਂ ਆਪਣੀ ਭੋਲੀ ਭਾਲੀ ਪਤਨੀ ਨੂੰ ਆਪਣੇ ਘਰ ਦੇ ਵਿੱਚੋਂ ਕੱਢ ਦਿੱਤਾ। ਪਤਾ ਨਹੀਂ ਉਹ ਵਿਚਾਰੀ ਕਿੱਥੇ ਹੋਵੇਗੀ ਅਤੇ ਹੁਣ ਤੁਸੀਂ ਮੇਰੀ ਮੌਤ ਦਾ ਤਮਾਸ਼ਾ ਦੇਖਣ ਦੇ ਇੰਤਜ਼ਾਰ ਦੇ ਵਿੱਚ ਹੋ। ਇਹ ਸਭ ਕੁਝ ਦੇਖ ਕੇ ਉਹ ਦੋਵੇਂ ਹੀ ਡਰ ਚੁੱਕੇ ਸਨ। ਹੀਨਾ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ, ਕਹਿਣ ਲੱਗੀ, ਨਵੀਨ ਛੱਡੋ ਉਸ ਨੂੰ, ਤੁਸੀਂ ਜਾਣਦੇ ਹੋ ਕਿ ਤੁਹਾਡੀ ਇੱਕ ਵੀਡੀਓ ਮੇਰੇ ਕੋਲ ਹੈ। ਮੈਂ ਕਿਹਾ, ਜਾਓ ਪੁਲਿਸ ਦੇ ਵਿੱਚ ਜਾ ਕੇ ਦਿਖਾਓ, ਇੰਟਰਨੈਟ ਤੇ ਵਾਇਰਲ ਕਰ ਦਿਓ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਵੈਸੇ ਹੀ ਬਰਬਾਦ ਹਾਂ, ਥੋੜਾ ਹੋਰ ਬਰਬਾਦ ਹੋ ਜਾਵਾਂਗਾ, ਪਰ ਮੈਂ ਤੁਹਾਨੂੰ ਦੋਨਾਂ ਨੂੰ ਵੀ ਨਹੀਂ ਛੱਡਾਂਗਾ। ਇਹ ਦੇਖ ਕੇ ਉਹ ਦੋਨੇ ਹੀ ਡਰ ਗਏ ਸਨ। ਹੀਨਾ ਇੰਨਾ ਜ਼ਿਆਦਾ ਚਲਾਕ ਨਿਕਲੇਗੀ ਮੈਂ ਨਹੀਂ ਜਾਣਦਾ ਸੀ। ਉਸਨੇ ਐਡਾ ਵੱਡਾ ਖੇਡ ਖੇਡਿਆ ਸੀ ਕਿ ਮੇਰਾ ਸਾਰਾ ਕੁਝ ਤਬਾਹ ਕਰ ਦਿੱਤਾ ਸੀ। ਅਗਲੇ ਹੀ ਪਲ ਮੈਂ ਆਪਣੇ ਇੱਕ ਦੋਸਤ ਨੂੰ ਫੋਨ ਲਗਾ ਦਿੱਤਾ ਜੋ ਪੁਲਿਸ ਦੇ ਵਿੱਚ ਸੀ। ਮੈਂ ਉਸਨੂੰ ਸਭ ਕੁਝ ਦੱਸ ਦਿੱਤਾ। ਥੋੜੇ ਹੀ ਸਮੇਂ ਦੇ ਵਿੱਚ ਉਹ ਉੱਥੇ ਪਹੁੰਚ ਚੁੱਕਿਆ ਸੀ ਅਤੇ ਰਵੀ ਨੂੰ ਉੱਥੋਂ ਗ੍ਰਿਫਤਾਰ ਕਰਕੇ ਲਿਜਾਇਆ ਗਿਆ। ਕਹਿਣ ਲੱਗਿਆ, ਨਵੀਨ ਤੂੰ ਬੇਫਿਕਰ ਰਹਿ, ਅੱਗੇ ਦੀ ਸਾਰੀ ਕਾਰਵਾਈ ਮੈਂ ਦੇਖ ਲਵਾਂਗਾ। ਮੈਂ ਹੀਨਾ ਨੂੰ ਉੱਥੇ ਖੜੀ ਛੱਡ ਕੇ ਆਪਣੇ ਘਰ ਵਾਪਸ ਆ ਗਿਆ ਸੀ। ਅੱਜ ਮੇਰਾ ਦਿਲ ਬਹੁਤ ਬੇਚੈਨ ਸੀ। ਮੈਂ ਰੇਸ਼ਮਾ ਨੂੰ ਉਸ ਦੁਆਰਾ ਨਾ ਕੀਤੀ ਹੋਈ ਗਲਤੀ ਦੀ ਸਜ਼ਾ ਦਿੱਤੀ ਸੀ। ਉਹ ਵਿਚਾਰੀ ਹੁਣ ਪਤਾ ਨਹੀਂ ਕਿੱਥੇ ਹੋਵੇਗੀ। ਉਹ ਰਾਤ ਮੈਂ ਫਿਰ ਬਹੁਤ ਰੋਇਆ ਸੀ। ਪਹਿਲਾਂ ਮੈਂ ਰੇਸ਼ਮਾ ਦੇ ਧੋਖਾ ਦੇਣ ਤੇ ਰੋਂਦਾ ਸੀ, ਪਰ ਅੱਜ ਮੈਂ ਇਸ ਗੱਲ ਤੇ ਰੋ ਰਿਹਾ ਸੀ ਕਿ ਮੈਂ ਰੇਸ਼ਮਾ ਤੇ ਵਿਸ਼ਵਾਸ ਨਹੀਂ ਕੀਤਾ, ਬਲਕਿ ਉਸਦੇ ਜਾਣ ਤੋਂ ਮੈਂ ਹੀਨਾ ਦੇ ਨਾਲ ਉਹ ਸਭ ਕੁਝ ਕਰ ਬੈਠਿਆ। ਮੈਂ ਕਿਹੜਾ ਵਧੀਆ ਕਰੈਕਟਰ ਦਾ ਮਾਲਕ ਸੀ ਜੋ ਮੈਂ ਰੇਸ਼ਮਾ ਤੇ ਉਂਗਲੀ ਚੱਕ ਦਿੱਤੀ। ਉਸ ਰਾਤ ਮੈਂ ਆਪਣੇ ਆਪ ਨੂੰ ਸਜ਼ਾ ਦਿੱਤੀ ਸੀ। ਉਸ ਰਾਤ ਮੈਂ ਆਪਣਾ ਸਿਰ ਕੰਧ ਨਾਲ ਮਾਰਿਆ ਸੀ। ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਚਾਹੁੰਦਾ ਸੀ, ਪਰ ਇਹ ਮੌਤ ਵੀ ਇੰਨੀ ਆਸਾਨੀ ਦੇ ਨਾਲ ਨਹੀਂ ਆਉਂਦੀ। ਸਵੇਰੇ ਸਵੇਰੇ ਮੈਂ ਆਫਿਸ ਤੋਂ ਛੁੱਟੀ ਲਈ ਅਤੇ ਆਪਣੇ ਪਿੰਡ ਦੇ ਵੱਲ ਚਲਾ ਗਿਆ। ਮੈਂ ਆਪਣੀ ਮਾਂ ਦੀ ਗੋਦੀ ਦੇ ਵਿੱਚ ਸਿਰ ਰੱਖ ਕੇ ਆਪਣੇ ਦਿਲ ਨੂੰ ਥੋੜਾ ਸਕੂਨ ਦੇਣਾ ਚਾਹੁੰਦਾ ਸੀ। ਮੈਨੂੰ ਦੇਖ ਕੇ ਮੇਰੀ ਮਾਂ ਖੁਸ਼ ਹੋ ਗਈ ਸੀ, ਪਰ ਅਗਲੇ ਹੀ ਪਲ ਉਹਨਾਂ ਨੇ ਨਾਰਾਜ਼ਗੀ ਵੀ ਦਿਖਾਈ। ਉਹ ਰੇਸ਼ਮਾ ਨੂੰ ਲੈ ਕੇ ਅਜੇ ਵੀ ਨਾਰਾਜ਼ ਸੀ। ਮੈਂ ਮਾਂ ਤੋਂ ਮਾਫੀ ਮੰਗੀ ਅਤੇ ਮੈਂ ਆਪਣੇ ਉੱਤੇ ਬੀਤੀ ਹੋਈ ਸਾਰੀ ਕਹਾਣੀ ਵੀ ਮਾਂ ਨੂੰ ਦੱਸ ਦਿੱਤੀ। ਮੇਰੇ ਇਸ ਗੱਲ ਤੇ ਮੇਰੀ ਮਾਂ ਨੇ ਮੇਰੇ ਸਿਰ ਤੇ ਹਲਕਾ ਜਿਹਾ ਮਾਰਿਆ ਤੇ ਕਹਿਣ ਲੱਗੀ, ਬੇਵਕੂਫ ਇਨਸਾਨ, ਤੁਹਾਨੂੰ ਕਿੰਨਾ ਸਮਝਾਉਂਦੀ ਸੀ ਕਿ ਆਪਣੇ ਗੁੱਸੇ ਨੂੰ ਕੰਟਰੋਲ ਦੇ ਵਿੱਚ ਰੱਖਿਆ ਕਰ, ਇਹ ਗੁੱਸਾ ਤੁਹਾਨੂੰ ਬਰਬਾਦ ਕਰ ਦੇਵੇਗਾ। ਮੈਂ ਆਪਣੇ ਘਰ ਦੇ ਵਿੱਚ ਇੱਧਰ ਉੱਧਰ ਦੇਖਿਆ ਤਾਂ ਅੱਜ ਪੂਰੇ ਘਰ ਦੇ ਵਿੱਚ ਅਲੱਗ ਹੀ ਰੌਣਕ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਮੈਂ ਪਿੰਡ ਦੇ ਵਿੱਚ ਆਉਂਦਾ ਸੀ। ਮੇਰੀ ਮਾਂ ਪਿੰਡ ਦੇ ਇਸ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ। ਪਾਪਾ ਬਹੁਤ ਪਹਿਲਾਂ ਸਾਨੂੰ ਛੱਡ ਕੇ ਚਲੇ ਗਏ ਸਨ। ਜਦੋਂ ਵੀ ਮੈਂ ਇੱਥੇ ਆਉਂਦਾ ਸੀ ਤਾਂ ਇੱਥੇ ਅਜੀਬ ਜਿਹਾ ਇਕੱਲਾਪਣ ਹੁੰਦਾ ਸੀ, ਪਰ ਅੱਜ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਇਸ ਮਾਹੌਲ ਦੇ ਵਿੱਚ ਇੱਕ ਅਲੱਗ ਹੀ ਖੁਸ਼ਬੂ ਹੈ ਕਿ ਉਸ ਸਮੇਂ ਹੀ ਮੈਨੂੰ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਈ ਸੀ। ਮੈਂ ਕਿਹਾ, ਮਾਂ, ਇਹ ਬੱਚਾ। ਮੇਰੀ ਮਾਂ ਕਮਰੇ ਦੇ ਵਿੱਚ ਗਈ ਅਤੇ ਉਸ ਬੱਚੇ ਨੂੰ ਗੋਦੀ 'ਚ ਚੱਕ ਕੇ ਲਿਆਈ। ਇਹ ਕੋਈ 3-4 ਮਹੀਨਿਆਂ ਦਾ ਇੱਕ ਪਿਆਰਾ ਜਿਹਾ ਬੱਚਾ ਸੀ, ਇੰਨਾ ਪਿਆਰਾ ਅਤੇ ਇੰਨਾ ਖੂਬਸੂਰਤ ਕਿ ਮੈਨੂੰ ਉਸ ਤੇ ਪਿਆਰ ਆਉਣ ਲੱਗਿਆ ਸੀ। ਮੈਂ ਕਿਹਾ, ਮਾਂ, ਇਹ ਕਿਸ ਦਾ ਬੱਚਾ ਹੈ? ਮਾਂ ਕਹਿਣ ਲੱਗੀ, ਆਪਣਾ ਹੀ ਸਮਝ ਲੈ। ਮੈਂ ਖੁਸ਼ ਹੋ ਕੇ ਉਸ ਬੱਚੇ ਨੂੰ ਗੋਦੀ ਚੱਕ ਲਿਆ ਅਤੇ ਫਿਰ ਅਚਾਨਕ ਹੀ ਮੈਂ ਉਸਦੀ ਗੱਲ ਨੂੰ ਚੁੰਮ ਲਿਆ ਅਤੇ ਅਚਾਨਕ ਹੀ ਮੇਰੀ ਨਿਗਾਹ ਉਸ ਦੀ ਗਰਦਨ ਤੇ ਮੌਜੂਦ ਇੱਕ ਕਾਲੇ ਨਿਸ਼ਾਨ
ਤੇ ਪਈ। ਮੈਂ ਹੈਰਾਨ ਹੋ ਕੇ ਉਸ ਨਿਸ਼ਾਨ ਨੂੰ ਦੇਖਿਆ। ਅਜਿਹਾ ਹੀ ਇੱਕ ਨਿਸ਼ਾਨ ਮੇਰੀ ਗਰਦਨ ਤੇ ਵੀ ਸੀ। ਮੈਂ ਕਿਹਾ, ਮਾਂ, ਇਹ ਤਾਂ ਸਾਡਾ ਖਾਨਦਾਨੀ ਨਿਸ਼ਾਨ ਹੈ ਨਾ? ਫਿਰ ਇਹ ਨਿਸ਼ਾਨ ਇਸ ਬੱਚੇ ਦੀ ਗਰਦਨ ਤੇ। ਮੈਂ ਕੁਝ ਅੱਗੇ ਬੋਲਦੇ ਰੁਕ ਗਿਆ ਸੀ। ਮੇਰੀ ਮਾਂ ਮੈਨੂੰ ਗੁੱਸੇ ਭਰੀਆਂ ਨਜ਼ਰਾਂ ਦੇ ਨਾਲ ਦੇਖ ਰਹੀ ਸੀ। ਕਹਿਣ ਲੱਗੀ, ਬੱਚਾ ਜਦੋਂ ਖਾਨਦਾਨ ਦਾ ਹੈ ਤਾਂ ਖਾਨਦਾਨੀ ਨਿਸ਼ਾਨ ਤਾਂ ਹੋਵੇਗਾ ਹੀ ਨਾ ਬੇਵਕੂਫ। ਇਹ ਤੇਰਾ ਹੀ ਬੱਚਾ ਹੈ। ਮੈਂ ਹੈਰਾਨੀ ਦੇ ਨਾਲ ਮਾਂ ਨੂੰ ਦੇਖ ਰਿਹਾ ਸੀ ਤੇ ਕਿਹਾ, ਪਰ ਮਾਂ ਕੁਝ ਬੋਲਣ ਦੀ ਹਾਲਤ ਦੇ ਵਿੱਚ ਹੀ ਨਹੀਂ ਸੀ। ਮਾਂ ਨੇ ਮੇਰੀ ਗੋਦੀ ਚੋਂ ਬੱਚੇ ਨੂੰ ਚੁੱਕਦੇ ਹੋਏ ਉਸ ਨੂੰ ਪਿਆਰ ਕੀਤਾ ਅਤੇ ਕਹਿਣ ਲੱਗੀ ਕਿ ਮੇਰਾ ਪੋਤਾ ਹੈ, ਤੇਰਾ ਖੁਦ ਦਾ ਬੇਟਾ। ਤੁਸੀਂ ਉਸ ਰਾਤ ਰੇਸ਼ਮਾ ਨੂੰ ਘਰ ਤੋਂ ਕੱਢ ਦਿੱਤਾ ਸੀ। ਉਸ ਨੇ ਰੋਂਦੀ ਹੋਈ ਨੇ ਮੈਨੂੰ ਫੋਨ ਕੀਤਾ ਸੀ। ਉਸ ਸਮੇਂ ਹੀ ਮੈਂ ਉਸ ਨੂੰ ਕਿਹਾ ਕਿ ਤੁਸੀਂ ਬੱਸ ਫੜੋ ਅਤੇ ਇਸੇ ਪਿੰਡ ਦੇ ਵਿੱਚ ਆ ਜਾਓ। ਮੈਨੂੰ ਰੇਸ਼ਮਾ ਤੇ ਪੂਰਾ ਵਿਸ਼ਵਾਸ ਸੀ। ਉਹ ਕਦੇ ਗਲਤ ਕੰਮ ਕਰ ਹੀ ਨਹੀਂ ਸਕਦੀ ਸੀ ਤੇ ਇੱਥੇ ਆਉਣ ਤੋਂ 1 ਮਹੀਨਾ ਬਾਅਦ ਹੀ ਉਸ ਨੂੰ ਪਤਾ ਲੱਗਿਆ ਕਿ ਉਹ ਪ੍ਰੈਗਨੈਂਟ ਹੈ। ਉਹ ਤਾਂ ਵਿਚਾਰੀ ਟੁੱਟ ਗਈ ਸੀ। ਤੁਸੀਂ ਉਸ ਨੂੰ ਇੱਕ ਅਜਿਹੀ ਸੱਟ ਮਾਰੀ ਸੀ ਕਿ ਉਹ ਉਸ ਤੋਂ ਬਾਹਰ ਨਹੀਂ ਨਿਕਲ ਸਕੀ ਸੀ। ਮੈਂ ਉਸ ਨੂੰ ਸੰਭਾਲਣ ਦੀ ਅਤੇ ਜ਼ਿੰਦਗੀ ਦੇ ਵੱਲ ਮੋੜਨ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਹੌਲੀ-ਹੌਲੀ ਉਹ ਜ਼ਿੰਦਗੀ ਦੇ ਵੱਲ ਮੋੜਨ ਲੱਗੀ ਸੀ। ਅਤੇ ਜਦੋਂ ਉਸ ਨੂੰ ਆਪਣੇ ਪ੍ਰੈਗਨੈਂਟ ਹੋਣ ਦੀ ਖਬਰ ਮਿਲੀ ਤਾਂ ਉਸ ਦੇ ਵਿੱਚ ਇੱਕ ਨਵੀਂ ਉਮੀਦ ਜਾਗ ਗਈ ਅਤੇ ਫਿਰ ਉਸ ਨੇ ਤੁਹਾਡੇ ਬੇਟੇ ਨੂੰ ਜਨਮ ਦਿੱਤਾ। ਆਪਣੀ ਮਾਂ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਮੇਰਾ ਦਿਲ ਜ਼ੋਰਾਂ ਨਾਲ ਧੜਕ ਉੱਠਿਆ ਸੀ। ਮੇਰੀ ਮਾਂ ਕਹਿਣ ਲੱਗੀ ਕਿ ਰੇਸ਼ਮਾ ਮੈਨੂੰ ਕਹਿੰਦੀ ਸੀ ਕਿ ਮੰਮੀ ਜੀ, ਇੱਕ ਵਾਰ ਤੁਸੀਂ ਨਵੀਨ ਨਾਲ ਗੱਲ ਤਾਂ ਕਰੋ, ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਪਰ ਮੈਂ ਵੀ ਸੋਚ ਲਿਆ ਸੀ ਕਿ ਤੁਹਾਡੀ ਅਕਲ ਟਿਕਾਣੇ ਲਗਾਉਣੀ ਜ਼ਰੂਰੀ ਹੈ। ਜਦੋਂ ਰੇਸ਼ਮਾ ਦੇ ਬਿਨਾਂ ਤੂੰ ਰਹੇਗਾ ਤਾਂ ਤੈਨੂੰ ਫਿਰ ਅਹਿਸਾਸ ਹੋਵੇਗਾ, ਉਸ ਦੀ ਕੀਮਤ ਤੁਹਾਨੂੰ ਪਤਾ ਲੱਗੇਗੀ। ਇਹ ਮੈਂ ਕੀ ਸੁਣ ਰਿਹਾ ਸੀ? ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ। ਪਰ ਅਚਾਨਕ ਹੀ ਮੇਰਾ ਦਿਲ ਬੁੱਝ ਗਿਆ। ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਮੈਂ ਇਸ ਕਾਬਲ ਨਹੀਂ ਸੀ ਕਿ ਮੈਂ ਰੇਸ਼ਮਾ ਦਾ ਸਾਹਮਣਾ ਕਰ ਸਕਦਾ। ਮੈਂ ਉਸ ਨੂੰ ਬਹੁਤ ਦੁੱਖ ਦਿੱਤੇ ਸਨ। ਉਸਦੇ ਹੱਕ ਦਾ ਪਿਆਰ ਉਸ ਰਾਤ ਕਿਸੇ ਹੋਰ ਨੂੰ ਦਿੱਤਾ ਸੀ। ਮੈਂ ਮਾਂ ਦੀ ਗੋਦੀ ਦੇ ਵਿੱਚ ਸਿਰ ਰੱਖ ਕੇ ਰੋ ਪਿਆ ਸੀ। ਮੈਂ ਕਿਹਾ, ਮਾਂ, ਮੈਂ ਬਹੁਤ ਬੁਰਾ ਹਾਂ। ਮੈਂ ਰੇਸ਼ਮਾ ਦੇ ਕਾਬਲ ਨਹੀਂ ਹਾਂ। ਉਹ ਮੈਨੂੰ ਕਦੇ ਮਾਫ਼ ਨਹੀਂ ਕਰੇਗੀ। ਮਾਂ ਮੇਰੇ ਸਿਰ ਤੇ ਪਿਆਰ ਨਾਲ ਹੱਥ ਫੇਰਨ ਲੱਗੀ ਅਤੇ ਕਿਹਾ ਕਿ ਪਾਗਲ, ਰੇਸ਼ਮਾ ਬਹੁਤ ਚੰਗੀ ਹੈ। ਹਰ ਰੋਜ਼ ਤੁਹਾਡਾ ਰਾਹ ਦੇਖਿਆ ਕਰਦੀ ਸੀ ਕਿ ਕਦੇ ਤਾਂ ਤੂੰ ਆਪਣੀ ਮਾਂ ਨੂੰ ਮਿਲਣ ਦੇ ਬਹਾਨੇ ਹੀ ਸਹੀ ਇਸ ਘਰ ਦੇ ਵਿੱਚ ਆਵੇਂਗਾ ਅਤੇ ਉਹ ਤੁਹਾਨੂੰ ਦੇਖ ਕੇ ਖੁਸ਼ ਹੋ ਜਾਵੇਗੀ। ਉਸ ਨੂੰ ਤੁਹਾਡੇ ਆਉਣ ਦੀ ਖਬਰ ਮਿਲ ਗਈ ਹੈ। ਉਹ ਅੰਦਰ ਬੈਠੀ ਹੈ, ਤੁਹਾਡਾ ਹੀ ਇੰਤਜ਼ਾਰ ਕਰ ਰਹੀ ਹੈ। ਮੈਂ ਜਲਦੀ ਨਾਲ ਅੰਦਰ ਗਿਆ ਸੀ। ਰੇਸ਼ਮਾ ਖਿੜਕੀ ਦੇ ਵਿੱਚ ਖੜੀ ਬਾਹਰ ਵੱਲ ਦੇਖ ਰਹੀ ਸੀ। ਮੈਂ ਉਸਦੇ ਪਿੱਛੇ ਜਾ ਕੇ ਖੜਾ ਹੋ ਗਿਆ। ਮੈਂ ਕਿਹਾ, ਰੇਸ਼ਮਾ, ਮੈਨੂੰ ਮਾਫ਼ ਕਰ ਦਿਓ। ਮੈਂ ਇਸ ਦੇ ਕਾਬਲ ਨਹੀਂ ਕਿ ਮੈਂ ਤੁਹਾਡੇ ਤੋਂ ਮਾਫ਼ੀ ਮੰਗ ਸਕਾਂ, ਪਰ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦਿਓ। ਮੈਂ ਗੁੱਸੇ ਦੇ ਵਿੱਚ ਭੜਕ ਗਿਆ ਸੀ। ਮੈਂ ਤੁਹਾਡੇ ਤੇ ਵਿਸ਼ਵਾਸ ਨਹੀਂ ਕੀਤਾ। ਰੇਸ਼ਮਾ, ਉਹ ਜੋ ਸਭ ਕੁਝ ਹੋਇਆ ਸੀ ਉਹ ਇੱਕ ਪਲਾਨ ਦੇ ਨਾਲ ਹੋਇਆ ਸੀ। ਮੈਂ ਰੇਸ਼ਮਾ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਵੱਲ ਘੁਮਾਇਆ। ਉਸ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਸਨ। ਅਸੀਂ ਦੋਵੇਂ ਹੀ ਇੱਕ ਦੂਜੇ ਲਈ ਪਤਾ ਨਹੀਂ ਕਦੋਂ ਤੋਂ ਤੜਫ ਰਹੇ ਸੀ। ਹੁਣ ਅਸੀਂ ਇੱਕ ਦੂਜੇ ਦੇ ਗਲ ਲੱਗ ਕੇ ਰੋ ਰਹੇ ਸੀ। ਮੈਂ ਉਸ ਨੂੰ ਪਿਆਰ ਨਾਲ ਚੁੰਮ ਲਿਆ ਸੀ। ਮੈਂ ਉਸ ਨੂੰ ਦੱਸਿਆ ਕਿ ਕਿਸ ਤਰ੍ਹਾਂ ਸਾਨੂੰ ਦੋਹਾਂ ਨੂੰ ਅਲੱਗ ਕਰਕੇ ਹੀਨਾ ਮੇਰਾ ਫਾਇਦਾ ਚੱਕਣਾ ਚਾਹੁੰਦੀ ਸੀ। ਮੈਂ ਰੇਸ਼ਮਾ ਤੋਂ ਮਾਫ਼ੀ ਮੰਗੀ। ਰੇਸ਼ਮਾ ਦਾ ਦਿਲ ਬਹੁਤ ਵੱਡਾ ਸੀ। ਉਸ ਨੇ ਮੈਨੂੰ ਮਾਫ਼ ਕਰ ਦਿੱਤਾ ਸੀ ਅਤੇ ਫਿਰ ਮੈਂ ਆਪਣੀ ਮਾਂ, ਆਪਣੇ ਬੱਚੇ ਅਤੇ ਰੇਸ਼ਮਾ ਨੂੰ ਲੈ ਕੇ ਸ਼ਹਿਰ ਆ ਗਿਆ ਅਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ